ਹੈਲੋ ਜੀ, ਕਿੱਦਾਂ ਹੋ ਸਾਰੇ। ਵੈਲਕਮ ਹੈ ਤੁਹਾਡਾ ਆਪਣੇ ਚੈਨਲ ਅਭੀਪੀਡੀਆ ਤੇ। ਮੇਰਾ ਨਾਮ ਹੈ ਸ਼ਿਵਮ। ਠੀਕ ਹੈ, ਸਾਨੂੰ ਪਤਾ ਹੀ ਹੈ ਕਿ ਹੁਣ 21 ਦਸੰਬਰ ਨੂੰ ਬਹੁਤ ਘੱਟ ਟਾਈਮ ਰਹਿ ਗਿਆ ਤੇ 21 ਦਸੰਬਰ ਨੂੰ ਆਪਣਾ ਮੋਸਟ ਅਵੇਟਡ ਪੇਪਰ ਹੈ ਨਾ, ਸੀਨੀਅਰ ਅਸਿਸਟੈਂਟ ਦਾ ਪੇਪਰ ਆ ਗਿਆ। ਠੀਕ ਹੈ, ਉਸੇ ਨੂੰ ਨਜ਼ਰ 'ਚ ਰੱਖਦੇ ਹੋਏ ਅਸੀਂ ਕਿਆ ਲਾਂਚ ਕਰ ਰਹੇ ਹਾਂ ਹੁਣ 7 ਡੇਜ਼ 7 ਟੈਸਟ ਸੀਰੀਜ਼। ਇਸ 'ਚ ਅਸੀਂ ਦੋ ਸੈਕਸ਼ਨਸ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੇ ਦੋਨਾਂ ਦੇ ਟੈਸਟ ਕਰਾਵਾਂਗੇ ਤੁਹਾਨੂੰ। ਠੀਕ ਹੈ, ਵਧੀਆ ਵਧੀਆ ਕੁਐਸਚਨ ਤੇ ਵਧੀਆ ਜਿੰਨਾ ਪੋਸੀਬਿਲਿਟੀ ਹੈ ਕਿ ਹਾਂ ਤੁਸੀਂ ਕਨਸੈਪਟ ਵੀ ਸਿੱਖ ਜਾਓ ਤੇ ਕੁਝ ਨਵੇਂ ਤਰ੍ਹਾਂ ਦੇ ਕੁਐਸਚਨ ਕਰ ਜਾਓ ਤਾਂ ਕਿ ਤੁਹਾਨੂੰ ਪੇਪਰ 'ਚ ਦਿੱਕਤ ਨਾ ਆਵੇ। ਠੀਕ ਹੈ, ਇਸ ਸੀਰੀਜ਼ ਨਾਲ ਹੁਣ ਜੁੜੇ ਰਹੋ। ਸੈਟਰਡੇ ਤੱਕ ਤੁਹਾਨੂੰ ਵਧੀਆ ਸਾਰੇ ਹੀ ਲੈਵਲ ਦੇ ਕੁਐਸਚਨ ਕਰਾ ਦਾਂਗੇ ਆਪਾਂ। ਠੀਕ ਹੈ, ਦੂਸਰੀ ਗੱਲ ਹੈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਨਾਲ। ਠੀਕ ਹੈ, ਤੇ ਜਿਹੜੀ ਸੈਸ਼ਨ ਦੀ PDF ਹੈ ਤੁਹਾਨੂੰ ਪਤਾ ਹੀ ਹੈ ਕਿੱਥੋਂ ਮਿਲਣੀ ਹੈ, ਸਾਡੇ ਟੈਲੀਗ੍ਰਾਮ ਚੈਨਲ ਤੋਂ। ਠੀਕ ਹੈ, ਟੈਲੀਗ੍ਰਾਮ ਕਿਵੇਂ ਜੁਆਇਨ ਕਰਨਾ ਹੈ, ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਪਿਆ, ਉੱਥੇ ਜਾ ਕੇ ਟੈਲੀਗ੍ਰਾਮ ਜੁਆਇਨ ਕਰੋ। ਠੀਕ ਹੈ, ਤੇ ਤੁਹਾਨੂੰ ਸਾਰੀ ਉੱਥੇ ਜਿੰਨੇ ਵੀ ਇਹਦੇ ਇਲਾਵਾ ਕੰਟੈਂਟ ਆ ਸਾਰਾ ਮਿਲ ਜੂਗਾ। ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ, ਜਿਹੜੇ ਲੋਕੀ ਪਹਿਲੀ ਵਾਰ ਮੈਨੂੰ ਦੇਖ ਰਹੇ ਨੇ ਹੈ ਨਾ, ਜਾਂ ਤੁਹਾਡੀ ਫਸਟ ਟਾਈਮ ਅਭੀਪੀਡੀਆ ਤੇ ਵਿਜ਼ਿਟ ਹੈ, ਅਸੀਂ ਅਭੀਪੀਡੀਆ ਚੈਨਲ ਤੇ ਆਲਰੇਡੀ ਵੋਕੈਬ ਵੋਲਟ ਨਾਮ ਦੀ ਇੱਕ ਸੀਰੀਜ਼ ਰਨ ਕਰ ਰਹੇ ਹਾਂ। ਠੀਕ ਹੈ, ਜਿਹੜੀ ਕਿ ਹਰ ਇੱਕ ਐਗਜ਼ਾਮ ਨੂੰ ਟਾਰਗੇਟ ਕਰ ਰਹੀ ਹੈ PSSB ਦੀ, ਜਿਸ 'ਚ ਆਪਾਂ ਸਾਰੇ ਨਵੇਂ ਵਰਡਸ ਨਵੇਂ ਈਡੀਅਮਸ ਕਵਰ ਕਰ ਰਹੇ ਹਾਂ। ਠੀਕ ਹੈ, ਤੇ ਹਰ ਇੱਕ ਸੈਟਰਡੇ ਨੂੰ ਉਹਦਾ ਇੱਕ ਮੈਰਾਥਨ ਰੱਖਦੇ ਹਾਂ ਜਿਸ 'ਚ ਆਪਾਂ MCQ ਵਾਈਜ਼ ਪ੍ਰੈਕਟਿਸ ਕਰਦੇ ਹਾਂ। ਦੂਸਰਾ, ਅਸੀਂ ਰੀਜ਼ਨਿੰਗ ਦੀ ਵੀ ਇੱਕ ਸੀਰੀਜ਼ ਰੱਖੀ ਹੋਈ ਹੈ। ਠੀਕ ਹੈ, ਜਿਸ 'ਚ ਕਿ ਅਸੀਂ ਆਲਰੇਡੀ ਕੈਲੰਡਰ ਕਵਰ ਕਰ ਲਿਆ। ਠੀਕ ਹੈ, ਬਲੱਡ ਰਿਲੇਸ਼ਨਸ ਕਵਰ ਕਰ ਲਿਆ, ਕੋਡਿੰਗ ਡੀਕੋਡਿੰਗ ਕਵਰ ਕਰ ਲਿਆ ਤੇ ਨੰਬਰ ਸੀਰੀਜ਼ ਹਲੇ ਚੱਲ ਰਿਹਾ। ਠੀਕ ਹੈ, ਜਿਨ੍ਹਾਂ ਨੇ ਇਹ ਕਨਸੈਪਟ ਫਰੋਮ ਬੇਸਿਕ ਸਿੱਖਣਾ ਉਹ ਇਸ ਸੀਰੀਜ਼ ਨੂੰ ਦੇਖ ਸਕਦੇ ਨੇ। ਠੀਕ ਹੈ, ਚਲੋ ਆਓ ਅੱਗੇ ਚੱਲੀਏ। ਤੁਹਾਨੂੰ ਪਤਾ ਹੀ ਹੈ ਅਭੀਪੀਡੀਆ ਦਾ, ਜਿਹੜੇ ਬੱਚੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਅਭੀਪੀਡੀਆ ਦਾ ਹਮੇਸ਼ਾ ਇੱਕ ਹੀ ਪਰਪਸ ਰਿਹਾ ਕਿ ਹਾਊ ਟੂ ਮੇਕ ਸਟੱਡੀ ਸਿੰਪਲਰ ਐਂਡ ਈਜ਼ੀ ਫॉर ਸਟੂਡੈਂਟਸ। ਹੈ ਨਾ, ਕਿ ਬੱਚੇ ਪਹਿਲਾਂ ਹੀ ਬਹੁਤ ਕਨਫਿਊਜ਼ਡ ਹੁੰਦੇ ਨੇ, ਉਹਨਾਂ ਲਈ ਅਸੀਂ ਸਟੱਡੀਜ਼ ਨੂੰ ਈਜ਼ੀ ਕਿਵੇਂ ਕਰ ਸਕਦੇ ਹਾਂ। ਉਸੇ ਚੀਜ਼ ਨੂੰ ਧਿਆਨ ਰੱਖਦੇ ਹੋਏ ਅਸੀਂ ਲਾਂਚ ਕੀਤੀਆਂ ਤੁਹਾਡੇ ਲਈ ਮਾਈਕਰੋ ਕੋਰਸਿਸ। ਜੀ ਟੈਗਲਾਈਨ ਕੀ ਹੈ, ਛੋਟੇ ਕੋਰਸਿਸ ਬੜੇ ਰਿਜ਼ਲਟਸ। ਮੈਂ ਦੱਸਦਾ ਛੋਟੇ ਕੋਰਸਿਸ ਬੜੇ ਰਿਜ਼ਲਟਸ ਕਿਵੇਂ ਦਿਖਾਉਂਦੇ ਆ ਤੁਹਾਨੂੰ। ਆਹ ਦੇਖੋ, ਜਦ ਤੁਸੀਂ ਸਾਡੇ ਸੈਸ਼ਨ ਦੀ ਇੱਥੇ ਲਿੰਕ ਕਲਿੱਕ ਕਰੋਗੇ PDF ਤੇ, ਜਾਂ ਫਿਰ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਸਾਡੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰੋਗੇ, ਤੁਸੀਂ ਇਸ ਵੈਬਸਾਈਟ ਤੇ ਵਿਜ਼ਿਟ ਕਰੋਗੇ। ਫੋਰ ਐਗਜ਼ਾਮਪਲ, ਹੁਣ ਬੱਚੇ ਨੂੰ ਕੀ ਹੈ ਕਿ ਬੱਚੇ ਨੇ ਸਭ ਕੁਝ ਪੜ੍ਹ ਲਿਆ ਬਟ ਉਹਦੀ ਹਿਸਟਰੀ ਵੀਕ ਹੈ ਪੰਜਾਬ GK ਦੀ, ਤੇ ਉਹਨੇ ਬਾਕੀ ਪੂਰਾ ਕੋਰਸ ਨਹੀਂ ਲੈਣਾ। ਤੇ ਅਸੀਂ ਇਸ ਚੀਜ਼ ਨੂੰ ਧਿਆਨ ਰੱਖਦੇ ਅਸੀਂ ਕੀ ਕਰਿਆ ਕਿ ਅਸੀਂ ਸਿਰਫ ਤੇ ਸਿਰਫ ਹਿਸਟਰੀ ਦਾ ਕੋਰਸ ਬਣਾਤਾ ਮਾਈਕਰੋ ਕੋਰਸ। ਤੁਸੀਂ ਵਿਊ ਮਾਈਕਰੋ ਕੋਰਸ ਕਰੋ। ਠੀਕ ਹੈ, ਹੁਣ ਇਸ ਮਾਈਕਰੋ ਕੋਰਸ 'ਚ ਕੀ ਹੈ, ਅਸੀਂ ਤੁਹਾਡੇ ਲਈ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਸੀਗੇ, ਵੀਡੀਓ ਸੀਗੀਆਂ, ਨੋਟਸ ਸੀਗੇ, ਸਭ ਕੁਝ ਇੱਥੇ ਹੀ ਲਾਤੇ। ਤੇ MCQs ਦੇਖੋ, ਮੋਰ ਦੈਨ 300 MCQs ਹੈਗੇ ਨੇ ਤੁਹਾਡੇ ਲਈ ਪ੍ਰੈਕਟਿਸ ਕਰਨ ਲਈ। ਇਸ ਤੋਂ ਬਾਅਦ ਤੁਹਾਡੀ ਹਿਸਟਰੀ ਦਾ ਪੰਜਾਬ GK ਦਾ ਸਾਰਾ ਟੌਪਿਕ ਕਵਰ ਹੋ ਜਾਊਗਾ ਤੇ ਤੁਹਾਨੂੰ ਫੇਰ ਕੋਈ ਦਿੱਕਤ ਨਹੀਂ ਆਊਗੀ। ਤਾਂ ਹੀ ਮੈਂ ਕਿਹਾ ਸੀਗਾ ਕਿ ਮਾਈਕਰੋ ਕੋਰਸਿਸ ਆਪਣੀ ਟੈਗਲਾਈਨ ਨੂੰ ਬਹੁਤ ਵਧੀਆ ਤਰੀਕੇ ਨਾਲ ਜਸਟੀਫਾਈ ਕਰਦੇ ਆ ਕਿ ਛੋਟੇ ਕੋਰਸਿਸ ਬੜੇ ਰਿਜ਼ਲਟਸ। ਠੀਕ ਹੈ, ਜੇ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਟੀਮ ਦਾ ਨੰਬਰ ਦਿੱਤਾ ਹੋਇਆ, ਟੀਮ ਨੂੰ ਕਾਲ ਕਰੋ, ਉਹ ਤੁਹਾਨੂੰ ਪੂਰੀ ਹੈਲਪ ਕਰੋਗੇ ਕਿ ਹਾਂਜੀ ਸਰ ਸਾਨੂੰ ਇਸ ਚੀਜ਼ ਦਾ ਮਾਈਕਰੋ ਕੋਰਸ ਨਹੀਂ ਇਸ ਚੀਜ਼ ਦਾ ਚਾਹੀਦਾ, ਉਹ ਸਭ ਕੁਝ ਅਵੇਲੇਬਲ ਹੈ ਸਾਡੇ ਕੋਲ। ਤੇ ਇਹਦੇ ਇਲਾਵਾ ਮੈਂ ਇੱਥੇ ਹੋਰ ਦੱਸਣਾ ਚਾਹੁੰਦਾ ਕਿ ਸੀਨੀਅਰ ਅਸਿਸਟੈਂਟ ਟੈਸਟ ਸੀਰੀਜ਼ ਵੀ ਸ਼ੁਰੂ ਕੀਤੀ ਹੋਈ ਹੈ, ਉਹ ਵੀ ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। ਸਾਡੀ ਟੈਸਟ ਸੀਰੀਜ਼ 'ਚ ਅਸੀਂ 5 ਫੁੱਲ ਲੈਂਥ ਮੌਕਸ ਤੇ 30 ਸੈਕਸ਼ਨਲ ਟੈਸਟ ਦੇ ਰਹੇ ਹਾਂ। ਹੋਰ ਡਿਟੇਲ ਲਈ ਮੈਂ ਉਹਦੀ ਵੀਡੀਓ ਬਣਾਈ ਹੋਈ ਹੈ ਕਿ ਹਾਊ ਟੂ ਐਕਸੈਸ ਅ ਟੈਸਟ ਸੀਰੀਜ਼, ਜਾ ਕੇ ਚੈੱਕ ਕਰੋ ਉਸ ਵੀਡੀਓ ਨੂੰ। ਚਲੋ ਆਓ ਸੈਸ਼ਨ ਸ਼ੁਰੂ ਕਰੀਏ ਆਪਣਾ। ਓਕੇ, ਫਸਟ ਕੁਐਸਚਨ ਕੀ ਹੈ ਆਪਣੇ ਕੋਲ, ਕਿਹੜੇ ਟੌਪਿਕ ਤੋਂ ਹੈ ਫਸਟ ਕੁਐਸਚਨ, ਬਲੱਡ ਰਿਲੇਸ਼ਨ ਚੈਪਟਰ ਤੋਂ, ਹੈ ਨਾ। ਇਹਦੇ ਮੈਂ YouTube ਤੇ ਵਧੀਆ ਪੂਰਾ ਇੱਕ ਸੈਸ਼ਨ ਲਿੱਤਾ ਹੋਇਆ, 2 ਸੈਸ਼ਨਸ ਲਿੱਤੇ ਨੇ ਜਿਸ 'ਚ ਹਰ ਤਰ੍ਹਾਂ ਦੇ ਕੁਐਸਚਨ ਤੇ ਹਰ ਤਰ੍ਹਾਂ ਦੀ ਟਾਈਪ ਕਵਰ ਕੀਤੀ ਹੈ। ਆਓ ਦੇਖੀਏ ਆਹ ਕੁਐਸਚਨ ਕੀ ਕਹਿੰਦਾ। ਤੇ ਮੇਰੀ ਇਸ ਵੀਡੀਓ 'ਚ ਨਾ ਤੁਸੀਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਹਾਊ ਟੂ ਸੋਲਵ ਕੁਐਸਚਨਸ ਫਾਸਟਰ। ਠੀਕ ਹੈ, ਜਿਹੜਾ ਕਿਉਂਕਿ ਹਰ ਇੱਕ ਬੱਚਾ ਨੂੰ ਲੱਗਦਾ ਕਿ ਉਹਦਾ ਮੈਥਸ ਤੇ ਲੌਜੀਕਲ ਰੀਜ਼ਨਿੰਗ ਟਾਈਮ ਖਰਾਬ ਹੁੰਦਾ, ਤੁਸੀਂ ਇਹੀ ਟਾਈਮ ਆਪਣਾ ਸੇਵ ਕਰਨਾ। ਸਾਡੀ ਵੀਡੀਓ ਸਿਰਫ ਇੱਕ ਹੀ ਪਰਪਸ ਹੈ ਕਿ ਹੁਣ ਤੁਹਾਨੂੰ ਕੁਝ ਇਹੋ ਜਿਹੀ ਟ੍ਰਿਕਸ ਦਿੱਤੀ ਜਾਣ ਜਿਹਦੇ ਨਾਲ ਤੁਹਾਡਾ ਪੇਪਰ ਬਹੁਤ ਛੇਤੀ ਸੋਲਵ ਹੋਵੇ। ਤੁਸੀਂ ਉੱਥੇ ਪੈਨਿਕ ਨਾ ਕਰੋ, ਪੇਪਰ 'ਚ ਪੈਨਿਕ ਨਹੀਂ ਕਰਨਾ। ਕਈ ਵਾਰ ਆਪਣੀ ਤਿਆਰੀ ਵਧੀਆ ਹੁੰਦੀ ਹੈ ਬਟ ਅਸੀਂ ਸਿਰਫ ਤੇ ਸਿਰਫ ਬਿਕੋਜ਼ ਅਸੀਂ ਪੈਨਿਕ ਕਰ ਜਾਂਦੇ ਹਾਂ, ਸਾਡਾ ਪੇਪਰ ਖਰਾਬ ਹੋ ਜਾਂਦਾ। ਠੀਕ ਹੈ, ਚਲੋ ਸ਼ੁਰੂ ਕਰੀਏ। ਓਕੇ, ਪਹਿਲਾ ਕੁਐਸਚਨ ਕੀ ਹੈ, Q is the mother of R। ਤੁਸੀਂ ਫਟਾਫਟ ਬਣਾ ਲਓ ਕਿ Q is the mother of R। ਠੀਕ ਹੈ, P is the husband of Q, P is the husband of Q, S is the brother of R, S is the brother of R। ठीक है, how is P related to S, ਤਾਂ P S ਦਾ ਕੀ ਹੋ ਗਿਆ, father। ਸਮਝ ਆ ਗਿਆ ਸਭ ਨੂੰ ਵਾਲਾ ਕੁਐਸਚਨ, ਦੁਬਾਰਾ ਦੇਖ ਲਓ ਇੱਕ ਵਾਰ। Q is the mother of R, P is the husband of Q, S is the brother of R, how is P related to S। ਉਹਨੇ ਪੁੱਛਿਆ ਕਿ P ਦਾ S ਨਾਲ ਕਿਆ ਨਾਤਾ ਹੈ, P S ਦੇ ਕਿਆ ਲੱਗੇ, ਫਾਦਰ। ਠੀਕ ਹੈ,
ਇਹ ਜਿਹੜੀ ਚੀਜ਼ਾਂ ਨੇ ਕਿ ਮੈਂ ਇਹ ਸਰਕਲ ਕਿਉਂ ਬਣਾਇਆ, ਆ ਸਕੁਅਰ ਕਿਉਂ ਬਣਾਇਆ, ਇੱਥੇ 2 ਲਾਈਨਸ ਕਿਉਂ ਨੇ, ਇੱਥੇ ਸਿੰਗਲ ਲਾਈਨ ਕਿਉਂ ਹੈ ਤੇ ਥੱਲੇ ਨੂੰ ਕਿਉਂ ਹੈ, ਇਹ ਸਾਰੀ ਡਿਟੇਲ 'ਚ ਸਮਝਣ ਲਈ ਤੁਸੀਂ ਬਲੱਡ ਰਿਲੇਸ਼ਨ ਦੀ ਵੀਡੀਓ ਚੈੱਕ ਕਰ ਸਕਦੇ ਹੋ। ਪਰ ਹੁਣ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਤਾਂ ਦੇਖੋ ਆਪਣਾ ਕੁਐਸਚਨ ਕਿੰਨੀ ਛੇਤੀ ਸੋਲਵ ਹੋਇਆ, ਕੁਝ ਵੀ ਟਾਈਮ ਨਹੀਂ ਲੱਗਿਆ ਆਪਾਂ ਨੂੰ, ਹੈ ਨਾ। ਚਲੋ ਆਓ ਅਗਲਾ ਕੁਐਸਚਨ ਕਰੀਏ। ਅੱਜ ਮੈਂ ਤੁਹਾਡੇ ਲਈ ਮਿਕਸ ਪ੍ਰੈਕਟਿਸ ਲੈ ਕੇ ਆਇਆ ਇਸ ਕਰਕੇ, ਠੀਕ ਹੈ। ਅਗਲਾ ਕੁਐਸਚਨ ਕੀ ਹੈ, ਆ ਕੀ ਹੋ ਗਿਆ, ਕੋਡਿੰਗ ਡੀਕੋਡਿੰਗ ਦਾ ਕੁਐਸਚਨ ਹੋ ਗਿਆ। ਇਹ ਕਹਿੰਦਾ ਇਨ ਅ ਸਰਟਨ ਕੋਡ ਲੈਂਗੁਏਜ ਬਟਰ ਇਜ਼ ਕੋਡਡ ਐਸ butter is coded as CWWSCO, ठीक है, and theory is coded as UJHNPY PV, ठीक है। ਤੇ ਕਹਿੰਦਾ ਹਾਊ ਵਿਲ ਲੇਟੈਂਟ ਬੀ ਕੋਡਡ ਐਸ। ਮੈਂ ਕਿਆ ਦੱਸਿਆ ਸੀ ਇਨ ਕੁਐਸਚਨਸ 'ਚ ਆਪਾਂ ਨੂੰ ਕਿਆ ਚਾਹੀਦੀ ਹੁੰਦੀ ਹੈ, ਹਰ ਇੱਕ ਅਲਫਾਬੈਟ ਦੀ ਪਲੇਸ ਵੈਲਿਊ। ਜੇ ਆਪਾਂ ਨੂੰ ਪਲੇਸ ਵੈਲਿਊ ਪਤਾ ਹੈ ਤਾਂ ਆਪਣਾ ਕੁਐਸਚਨ ਬਹੁਤ ਛੇਤੀ ਸੋਲਵ ਹੋ ਜਾਂਦਾ। ਫॉर एग्जांपल ਇਹਦੀ ਹੋਗੀ 2, ਇਹਦੀ ਹੋਗੀ 3, ਇਹਦੀ ਹੋਗੀ 21, ਇਹਦੀ ਹੋਗੀ 23, ਇਹਦੀ ਹੋਗੀ 20, ਇਹਦੀ ਹੋਗੀ 23, ਫਿਰ 20, ਐਸ ਦੀ ਹੋਗੀ 19, ਈ ਦੀ ਹੋਗੀ 5, ਸੀ ਦੀ ਹੋਗੀ ਕਿੰਨੀ 3, ਆਰ ਦੀ 18 ਤੇ ਉਹਦੀ 15। ਹੁਣ ਦੇਖੋ ਸਿਮਿਲਰਲੀ ਥਿਊਰੀ ਦੇ ਲਈ ਲਿਖ ਲਓ ਹੁਣ, this is 20, this is 21, this is 8, this is 10, this is 5, this is 8, this is 15, this is 14, this is 18, this is 16, this is 25 and this is 22। v ਦੀ ਵੈਲਿਊ ਕੀ ਹੁੰਦੀ ਹੈ 22। ਹੁਣ ਦੇਖੋ ਤੁਹਾਨੂੰ ਕੋਈ ਪੈਟਰਨ ਸਮਝ ਆ ਰਿਹਾ ਇਸ ਕੁਐਸਚਨ 'ਚ ਕਿ ਕਿਆ ਪੈਟਰਨ ਫੋਲੋ ਹੋ ਰਿਹਾ। ਦੇਖੋ ਪੈਟਰਨ ਪਹਿਚਾਨੋ ਸਾਰੇ ਜਣੇ। ਇਹ ਕੀ ਕਰ ਰਿਹਾ, ਫਸਟ 3 ਲੈਟਰਸ 'ਚ ਇਨਕਰੀਜ਼ ਕਰ ਰਿਹਾ ਤੇ ਨੈਕਸਟ 3 ਲੈਟਰਸ 'ਚ डिक्रीज कर रहा। देखो पहले च कितने का इंक्रीज कर रहा है +1 का, दूसरे च +2 का, तीसरे का +3 का, फिर की कर रहा है -1 -2 -3, ठीक है। तो सेम ही फॉलो हो रहा है थ्योरी विच। चेक कर लो, मैं 1 मिनट वेट कर रहा हूं, तुम चेक कर लो कि पैटर्न फॉलो हो रहा कि नहीं। हो रहा है ना पैटर्न फॉलो। चलो आओ हुण अगले दा आंसर करिए आपां। ओके ਆਪਾਂ ਕਿਹਦਾ ਫਾਈਂਡ ਕਰਨਾ ਸੀ, ਲੇਟੈਂਟ ਦਾ। लेटेंट से क्या होगा, पहले 3 से क्या करना है +1 +2 +3, +1 +2 +3। चलो आओ करिए। एल दी क्या वैल्यू होंगी है 12, ए दी 1 20 5 14 20। जे तुसी इन्हां दी प्लेस वैल्यूज याद करनी है तो मेरी कोडिंग डिकोडिंग दी वीडियोस चेक करो, यूट्यूब पे जाके लिखो यूट्यूब पे जाके लिखो कोडिंग डिकोडिंग बाय शिवम सर, ठीक है। चलो आ जाओ क्वेश्चन सॉल्व करिए फटाफट। हुण पेपर च टाइम किवें सेव करना, पेपर च पूरा ना बनाओ, ऑप्शंस ना एलिमिनेट करना सीखो। मैनू पता है इत्थे +1 होगा तो एम आऊगा, क्या होगा इत्थे एम आऊगा, मतलब सारे ऑप्शंस हाले तक ओके ने। अगले च क्या है +2 होगा, की आना चाहिए सीगा सी आऊगा, ਇਹਦਾ मतलब आ वाला ऑप्शन एलिमिनेट हो गया, आ वाला ऑप्शन एलिमिनेट हो गया। हुण देखो इन्हां दोनों च थर्ड भी सही है, फोर्थ भी सेम है, थर्ड भी सेम है, फोर्थ भी सेम है, फर्क किस च है फिफ्थ च। तो यदा मतलब मैं ना इनू चेक करूंगा ना इनू चेक करूंगा, मैं डायरेक्टली इनू चेक करूंगा। मैनू पता है कि 14 विच 2 माइनस होना सीगा क्योंकि -1 -2 होना सीगा, ए जगह की आना सीगा एल, तो अपना आंसर की हो गया थर्ड ऑप्शन। समझ आए कि पेपर से जल्दी किवें करना क्वेश्चन, जब तक तुसीं इन्नी स्पीड बिल्ड नहीं करोगे है ना, तुहाडे तो कोई होर बच्चा तुहाडी सीट लै जाऊगा। इस करके ट्राई टू बी अ फास्टर किड, है ना, कि हु इज एबल टू सॉल्व क्वेश्चंस इन अ बिट फास्टर स्पीड, ठीक है। चलो आओ आगे करिए, आ जाओ। अगला किहदा क्वेश्चन है सिलोग दा, है ना। सिलोग हले मैं कवर कराऊंगा पर अज तुहानूं इस वीडियो च भी मतलब इस सैंपल पेपर च तुहाडे बहुत सारे डाउट्स क्लीयर हो जाएंगे सिलोग दे, टेंशन ना लो, ठीक है। चलो क्वेश्चन सॉल्व करना शुरू करिए। ओके यही कहता है सम पेन्स आर बुक्स, पेन्स सम पेन्स आर बुक्स, ठीक है। फिर कहता ऑल बुक्स आर कार्स, ऑल बुक्स आर कार्स, ठीक है। फिर कहता सम कार्स आर स्पून्स, सम कार्स आर स्पून्स, ठीक है। ਆਪਾਂ क्या करना ਹੁੰਦਾ, इस जिन्नी इन्फॉर्मेशन दी हुई है आप उन्ना ही बनाना ਹੁੰਦਾ, ध्यान रखना इस चीज़ का, ठीक है। जे उन्हें अपन सिर्फ कार्स ते स्पून्स दे विच दिता होया तो आप कार्स ते स्पून्स की इन्फॉर्मेशन दस सकते हैं,
ਆਪਾਂ ਕਦੇ ਇਹ ਨਹੀਂ ਦੱਸ ਸਕਦੇ ਕਿ ਸਪੂਨਸ ਦੇ ਬੁੱਕਸ ਦੇ ਵਿੱਚ ਕੀ ਰਿਲੇਸ਼ਨ ਹੈ, ਧਿਆਨ ਰੱਖਣਾ ਇਸ ਗੱਲ ਦਾ। ਤੇ ਕਈ ਬੱਚੇ ਸਪੂਨਸ ਨੂੰ ਬੁੱਕਸ 'ਚ ਬਣਾ ਦੇਣਗੇ ਤਾਂ ਸਹੀ ਨਹੀਂ ਹੈ। ਜਿਸ ਚੀਜ਼ ਦੇ ਵਿੱਚ ਰਿਲੇਸ਼ਨ ਦਿੱਤਾ ਹੋਇਆ ਸਿਰਫ ਉਹਨਾਂ ਹੀ ਰਿਲੇਸ਼ਨ ਸ਼ੋ ਕਰਨਾ, ਠੀਕ ਹੈ। ਇਹਨਾਂ ਕੁਐਸਚਨ ਸੋਲਵ ਕਰਨਾ ਆਇਆ ਸਭ ਨੂੰ। ਚਲੋ ਹੁਣ ਕਹਿੰਦਾ ਕਨਕਲੂਜਨ। ਆਪਾਂ ਇਸ ਕੁਐਸਚਨ 'ਚ ਕੀ ਕਰਨਾ ਹੁੰਦਾ, ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਪਹਿਲਾਂ ਸਟੇਟਮੈਂਟ ਨੂੰ ਫਾਰਮ ਕਰੋ, ਠੀਕ ਹੈ। ਸਟੇਟਮੈਂਟ ਨੂੰ ਡਾਇਗਰਾਮੈਟਿਕਲੀ ਪ੍ਰੈਜ਼ੈਂਟ ਕਰੋ, ਫਿਰ ਇਹਨਾਂ ਦੇ ਕਨਕਲੂਜਨਸ ਚੈੱਕ ਕਰੋ ਕਿ ਕਿਆ ਹਰ ਇੱਕ ਕਨਕਲੂਜਨ ਨੂੰ ਸੈੱਟ ਕਰ ਰਿਹਾ ਕਿ ਨਹੀਂ ਕਰ ਰਿਹਾ, ਠੀਕ ਹੈ। ਹੁਣ ਪਹਿਲਾ ਕਨਕਲੂਜਨ ਕੀ ਕਹਿੰਦਾ ਕਿ ਸਮ ਸਪੂਨਸ ਆਰ ਪੈਨਸ। ਸਮ ਸਪੂਨਸ ਆਰ ਪੈਨਸ ਆਪਾਂ ਨੂੰ ਨਹੀਂ ਪਤਾ, ਕਿਉਂਕਿ ਸਪੂਨ ਤੇ ਕਾਰ ਦਾ ਰਿਲੇਸ਼ਨ ਹੈ ਪਰ ਸਪੂਨ ਤੇ ਪੈਨ ਦਾ ਕੋਈ ਰਿਲੇਸ਼ਨ ਨਹੀਂ ਹੈ। ਇਹਦਾ ਮਤਲਬ ਆਪਾਂ ਨੂੰ ਸ਼ੋਰਟੀ ਨਹੀਂ ਹੈ। ਜਦ ਤੱਕ ਆਪਾਂ ਨੂੰ ਸ਼ੋਰਟੀ ਨਹੀਂ, ਆਪਾਂ ਇਹਨੂੰ ਸਹੀ ਨਹੀਂ ਕਹਿ ਸਕਦੇ। ਅਸੀਂ ਇਹ ਕਹਿ ਸਕਦੇ ਸੀ ਕਿ ਸਮ ਸਪੂਨਸ ਕੈਨ ਬੀ ਪੈਨਸ ਬੀ ਅ ਪੋਸੀਬਿਲਿਟੀ। ਜੇ ਪੋਸੀਬਿਲਿਟੀ ਹੁੰਦੀ ਹਾਂਜੀ ਯੈਸ, ਪਰ ਸ਼ੋਰਟੀ ਆਪਾਂ ਨੂੰ ਨਹੀਂ ਹੈ। ਜਦ ਤੱਕ ਸ਼ੋਰਟੀ ਨਹੀਂ ਹੈ ਇਹਦਾ ਮਤਲਬ ਇਹ ਸਟੇਟਮੈਂਟ ਠੀਕ ਨਹੀਂ ਹੈ, ਇਹ ਸਟੇਟਮੈਂਟ ਠੀਕ ਨਹੀਂ ਹੈ। ਜੇ ਤੁਸੀਂ ਸਿਲੋਕ ਡਿਟੇਲ 'ਚ ਪੜ੍ਹਨਾ ਤਾਂ ਕਮੈਂਟ ਬਾਕਸ 'ਚ ਜਾ ਕੇ ਮੈਂਸ਼ਨ ਕਰੋ ਕਿ ਸਰ ਸਿਲੋਕ ਕਰਾਓ, ਆਪਾਂ ਅਗਲਾ ਚੈਪਟਰ ਸਿਲੋਕ ਚੱਕ ਲਾਂਗੇ। ਤੇ ਸਿਲੋਕ ਤੁਹਾਨੂੰ ਇਹੋ ਜਿਹਾ ਕਰਾਵਾਂਗੇ ਕਿ ਤੁਹਾਡਾ ਕਦੇ ਕੋਈ ਸਿਲੋਕ ਦਾ ਕੁਐਸਚਨ ਗਲਤ ਨਹੀਂ ਹੋਊਗਾ। ਫਿਰ ਚਾਹੇ ਤੁਸੀਂ ਕੋਈ ਵੀ ਪੇਪਰ ਕਰਕੇ ਦੇਖ ਲਿਓ, ਚਾਹੇ ਸੈਂਟਰ ਲੈਵਲ ਦਾ ਹੋਵੇ ਚਾਹੇ ਸਟੇਟ ਲੈਵਲ ਦਾ ਹੋਵੇ, ਠੀਕ ਹੈ। ਫਿਰ ਇਹ ਕਹਿੰਦਾ ਕਿ ਸਮ ਬੁੱਕਸ ਆਰ ਪੈਨਸ। ਬਿਲਕੁਲ ਸਹੀ ਹੈ, ਕਿਉਂਕਿ ਸਮ ਪੈਨਸ ਵਰ ਬੁੱਕਸ ਤਾਂ ਸਮ ਬੁੱਕਸ ਆਰ ਆਲਸੋ ਪੈਨਸ। ਤਾਂ ਇਹਦਾ ਮਤਲਬ ਕਿਹੜੀ ਸਟੇਟਮੈਂਟ ਸਹੀ ਹੋਈ? ਓਨਲੀ ਸੈਕੰਡ ਕੰਕਲੂਜਨ ਇਜ਼ ਰਾਈਟ। ਓਨਲੀ ਸੈਕੰਡ ਕੰਕਲੂਜਨ ਇਜ਼ ਰਾਈਟ। ਆਪਣਾ ਆंसर ਕੀ ਹੋ ਗਿਆ? ਸੈਕੰਡ। ਸਹੀ ਹੋਇਆ। ਕੁਝ ਬੱਚਿਆਂ ਨੂੰ ਸਮਝ ਆਇਆ ਕਿ ਉਹਨਾਂ ਦੀ ਗਲਤੀ ਕਿੱਥੇ ਹੁੰਦੀ ਹੈ, ਕਿ ਉਹ ਡਾਇਗਰਾਮ ਪ੍ਰੈਜ਼ੈਂਟ ਕਰਨ 'ਚ ਗਲਤੀ ਕਰਦੇ ਨੇ। ਜਿਨ੍ਹਾਂ ਨੇ ਨਹੀਂ ਕਰਿਆ ਉਹ ਸਕਰੀਨਸ਼ਾਟ ਲੈ ਲਓ ਇਸ ਕੁਐਸਚਨ ਦਾ ਕਿ ਇਹਨੂੰ ਸੋਲਵ ਕਿਵੇਂ ਕਰਦੇ ਆ, ਧਿਆਨ ਰਹੂਗਾ। ਸੈਸ਼ਨ ਦੀ ਪੀਡੀਐਫ ਟੈਲੀਗ੍ਰਾਮ ਚੈਨਲ ਤੋਂ ਮਿਲ ਜੂ, ਘਬਰਾਉਣ ਵਾਲੀ ਗੱਲ ਨਹੀਂ ਹੈ, ਪਰ ਫੇਰ ਵੀ ਠੀਕ ਹੈ ਕਰੋ ਇਹਨੂੰ। ਸਮਝ ਆਇਆ ਸਭ ਨੂੰ ਕਿ ਸਿਲੋਕ ਦਾ ਕੁਐਸਚਨ ਕਿਵੇਂ ਕਰਨਾ ਹੈ? ਜਿਹੜੀ ਇਨਫੋਰਮੇਸ਼ਨ ਪ੍ਰੈਜ਼ੈਂਟ ਹੈ ਉਹਨੂੰ ਹੀ ਕਰਨਾ ਹੈ, ਤਾਂ ਉੱਥੋਂ ਹੀ ਕੰਕਲੂਜਨ ਫਾਈਂਡ ਕਰਨੇ। ਕੋਈ ਵੀ ਚੀਜ਼ ਆਪਣੇ ਆਪ ਤੋਂ ਨਹੀਂ ਸੋਚਣੀ, ਠੀਕ ਹੈ। ਚਲੋ ਅਗਲਾ ਕੁਐਸਚਨ ਕਰੀਏ। ਓਕੇ, ਅਗਲਾ ਕੁਐਸਚਨ ਕਿਹਦਾ ਆ ਗਿਆ? ਆਪਣਾ ਨੰਬਰ ਸੀਰੀਜ਼ ਦਾ ਕੁਐਸਚਨ ਆ ਗਿਆ। ਕਿਹਦਾ ਆ ਗਿਆ? ਨੰਬਰ ਸੀਰੀਜ਼ ਦਾ। ਚਲੋ ਨੰਬਰ ਸੀਰੀਜ਼ 'ਚ ਮੈਂ ਹਾਲੇ ਤੱਕ ਕੀ ਸਿਖਾਇਆ ਸੀ ਕਿ ਤੁਸੀਂ ਕਾਮਨ ਡਿਫਰੈਂਸ ਫਾਈਂਡ ਕਰਨਾ ਸਿੱਖਣਾ ਕਿ ਕਾਮਨ ਡਿਫਰੈਂਸ ਕੀ ਹੈ। ਉਹਦੇ ਇਲਾਵਾ ਵਟ ਸ਼ੁਡ ਯੂ ਨੋ? ਯੂ ਸ਼ੁਡ ਨੋ ਅਬਾਊਟ ਸਕੁਅਰਸ, you should know about cubes, you should know about tables, ठीक है। ਤੇ ਆਪਣੀ ਐਡੀਸ਼ਨ ਤੇ ਸਬਸਟ੍ਰੈਕਸ਼ਨ ਦੀ ਸਪੀਡ ਇਨਕਰੀਜ਼ ਕਰੋ। ਜੇ ਸਾਰੀ ਚੀਜ਼ਾਂ ਤੁਹਾਡੇ ਕੋਲ ਨੇ ਤੁਹਾਡਾ ਨੰਬਰ ਸੀਰੀਜ਼ ਦਾ ਕੁਐਸਚਨ ਹਮੇਸ਼ਾ ਹੀ ਸਹੀ ਹੋਊਗਾ, ਠੀਕ ਹੈ। ਜਿਹੜੇ ਬੱਚੇ ਪਹਿਲੀ ਵਾਰ ਦੇਖ ਰਹੇ ਹੋ ਲਿਖ ਲਓ ਇਹ ਚੀਜ਼ਾਂ ਨੂੰ ਕਿ ਕਿਆ ਕਿਆ ਦੇਖਣਾ ਹੁੰਦਾ। ਸਕੁਅਰਸ, ਕਿਊਬਸ ਦੇਖਣੇ ਹੁੰਦੇ ਆ, ਟੇਬਲਸ ਦੇਖਣੇ ਹੁੰਦੇ ਆ, ਐਡੀਸ਼ਨ ਸਬਸਟ੍ਰੈਕਸ਼ਨ ਕਰਕੇ ਦੇਖਣੀ ਹੁੰਦੀ ਹੈ, ਠੀਕ ਹੈ। ਚਲੋ ਕੁਐਸਚਨ ਸੋਲਵ ਕਰੀਏ ਆ ਵਾਲਾ। ओके इस से क्या हो रहा है 15 + 24 कितना डिफरेंस आ रहा है अपने को 9 का +9 इंक्रीज करे 24 + 42 का कितना आ रहा है दोस्तों +18 आ रहा है, ठीक है। 42 + 78 का कितना आ रहा है दोस्तों 36 आ रहा है। 78 + 150 का कितना आ रहा है दोस्तों मैनू 72 आ रहा है। देखो हुण मैनू इत्थों की पता लग गया कि 9 का डबल 18, 18 का डबल 36, 36 ਦਾ ਡਬਲ 72 ਤੇ ਹੁਣ 72 ਦਾ ਡਬਲ ਐਡ ਹੋਊਗਾ ਇਸ 'ਚ ਜੋ ਕਿ ਹੁੰਦਾ 144। ਦੇਖੋ ਹੁਣ ਮੈਨੂੰ ਪੂਰਾ ਐਡ ਕਰਨ ਦੀ ਜਗ੍ਹਾ ਨਾ ਮੈਂ ਇੱਕ ਚੀਜ਼ ਦੇਖੀ ਕਿ ਜਦ ਮੈਂ 0 'ਚ 4 ਐਡ ਕਰੂੰਗਾ ਤਾਂ ਮੇਰੀ ਲਾਸਟ ਯੂਨਿਟ ਡਿਜਿਟ 4 ਹੀ ਆਊਗੀ। ਹੁਣ ਦੇਖੋ ਆਪਸ਼ਨ 'ਚ ਸਿਰਫ ਇੱਕ ਹੀ ਜਗ੍ਹਾ ਯੂਨਿਟ ਡਿਜਿਟ 4 ਸੀਗੀ ਜੋ ਕਿ ਮੇਰਾ ਆਨਸਰ ਬਣ ਗਿਆ 294। ਹੁਣ ਐਡ ਵੀ ਕਰਕੇ ਦੇਖ ਲਓ ਚਾਹੇ 150 + 144 ਕਿੰਨਾ ਆ ਰਿਹਾ ਤੁਹਾਡੇ ਕੋਲ 294। ਆ ਦੇਖੋ ਇਦਾਂ ਟਾਈਮ ਬਚਦਾ ਬੱਚੇ ਦਾ, ਤੇ ਜਦ ਇਦਾਂ ਬੱਚੇ ਟਾਈਮ ਬਚਾਉਣਾ ਸਿੱਖ ਜਾਂਦਾ ਨਾ ਉਹਦਾ ਕੌਨਫੀਡੈਂਸ ਇਨਕਰੀਜ਼ ਹੁੰਦਾ, ਠੀਕ ਹੈ। ਇਹੀ ਸਕਿੱਲਸ ਇੰਪੋਰਟੈਂਟ ਨੇ ਤੁਹਾਡਾ ਕੌਨਫੀਡੈਂਸ ਇਨਕਰੀਜ਼ ਕਰਨ ਲਈ, ਠੀਕ ਹੈ। ਇਹੀ ਕਰਦਾ ਜਦ ਆਪਣਾ ਟਾਈਮ ਸੇਵ ਕਰਨਾ ਸਿੱਖ ਜਾਂਦਾ ਨਾ ਬੱਚਾ। ਟਾਈਮ ਸੇਵ ਇਜ਼ ਇਕੁਅਲ ਟੂ ਲੈਸ ਪੈਨਿਕ, ਠੀਕ ਹੈ। ਚਲੋ ਚੱਲੀਏ ਅੱਗੇ। ਕੁਐਸਚਨ ਹੋਇਆ ਸਭ ਦਾ? ਓਕੇ ਆ ਜਾਓ ਅੱਗੇ ਚੱਲੀਏ। ਅਗਲਾ ਆ ਗਿਆ ਫਿਰ ਤੋਂ ਕੋਡਿੰਗ ਡੀਕੋਡਿੰਗ ਦਾ ਕੁਐਸਚਨ। ਕੀ ਪਹਿਲਾ ਕੁਐਸਚਨ ਇਹ ਕੀ ਕਹਿੰਦਾ ਕਿ ਕੰਪੈਕਟ COM is written as DQNRBS, ਠੀਕ ਹੈ। ਤੇ ਉਸ ਤੋਂ ਬਾਅਦ ਕਹਿੰਦਾ ਕਿ ਸੋਨੀ is written as TQOA। ਤੇ ਕੀ ਪੁੱਛ ਰਿਹਾ ਹੈ ਕਿ ਮੋਟਰੋਲਾ ਕਿਵੇਂ ਲਿਖਾਂਗੇ ਆਪਾਂ। ਜਿਹੜੇ ਬੱਚੇ ਨੇ ਕੁਐਸਚਨ ਟਰਾਈ ਕਰਨਾ ਉਹ ਕਿਆ ਕਰੋ ਵੀਡੀਓ ਨੂੰ ਪੌਜ਼ ਕਰੋ ਤੇ ਕੁਐਸਚਨ ਟਰਾਈ ਕਰੋ। ਜਿਹੜੇ ਮੇਰੇ ਨਾਲ ਸਿੱਖਣਾ ਚਾਹੁੰਦੇ ਨੇ ਉਹ ਮੇਰੇ ਨਾਲ ਕਰੋ ਹੈ ਨਾ, ਪਰ ਜਿਹੜੇ ਬੱਚੇ ਸੀਰੀਅਸ ਨੇ ਉਹ ਟਰਾਈ ਕਰੋ ਕਿ ਵੀਡੀਓ ਪੌਜ਼ ਕਰੋ, ਉਸ ਤੋਂ ਬਾਅਦ ਫਿਰ ਮੇਰਾ ਆਨਸਰ ਚੈੱਕ ਕਰੋ ਕਿ ਆਨਸਰ ਸਹੀ ਆਇਆ
पर वो तो मेरा सोल्यूशन देखो कि सर की में सोल्यूशन करा रहे हैं कि सर की में टाइम सेव कर रहे हैं, कुछ नया ही सीख के जाऊंगे। ठीक है चलो हुन इस क्या हो रहा है, मैं क्या ऐसी सब दी प्लेस वैल्यूज लिखो, दिस इज 3, दिस इज 15, दिस इज 13, दिस इज 16, दिस इज 1, दिस इज 17, दिस इज 4, दिस इज 17, 14, 18, 2 ਤੇ 19। ठीक है ਹੁਣ ਇੱਥੇ ਆ ਜਾਓ, ਇੱਥੇ ਕੀ ਹੈ 19, 20, 15, 17, 14, 15, 25 ਤੇ ਕੀ ਬਣ ਜਾਂਦਾ ਹੁਣ ਦੇਖੋ a ਦੀ ਪਲੇਸ ਵੈਲਿਊ 1 ਹੈ, ਪਰ ਜਦ ਆਪਾਂ ਜੇ z ਤੋਂ ਫੇਰ ਕੋਡਿੰਗ ਦੀ ਕੋਡਿੰਗ ਚ क्या ਹੁੰਦਾ ਹੈ ਕਿ ਅਗਰ z ਤੇ ਖਤਮ ਹੋ ਗਈ ਨਾ ਆਪਾਂ ਫੇਰ ਤੋਂ a ਤੋਂ ਸ਼ੁਰੂ ਕਰ ਸਕਦੇ ਹਾਂ, ਤਾਂ a itself becomes 27, a क्या ਬਣ ਜਾਂਦਾ ਹੈ 27। ਸਮਝਣਾ ਇਸ ਗੱਲ ਨੂੰ ਠੀਕ ਹੈ। ਤੇ ਇੱਕ ਚੀਜ਼ ਮੈਂ ਹੋਰ ਸਿਖਾਈ ਸੀ ਕਿ ਜਿਸ ਵੀ ਅਲਫਾਬੈਟ ਦੇ ਆਪੋਜ਼ਿਟ, ਫੋਰ ਐਗਜ਼ਾਮਪਲ b ਦੇ ਆਪੋਜ਼ਿਟ y ਆਉਂਦਾ, ਠੀਕ ਹੈ, ਇਹਨਾਂ ਦੀ ਪਲੇਸ ਵੈਲਿਊਜ਼ ਨੂੰ ਐਡ ਕਰੋਗੇ ਨਾ ਤੁਹਾਨੂੰ ਹਮੇਸ਼ਾ 27 ਮਿਲੂਗਾ। ਇਸ ਕਨਸੈਪਟ ਨੂੰ ਡਿਟੇਲ ਚ ਸਿੱਖਣ ਲਈ YouTube ਵੀਡੀਓ ਚੈੱਕ ਕਰੋ, ਬਹੁਤ ਕੁਝ ਨਵਾਂ ਸਿੱਖੋਗੇ ਜੋ ਸ਼ਾਇਦ ਹੀ ਕਿਤੇ ਸਿੱਖਿਆ ਹੋਵੇ। ਹੁਣ ਮੈਂ ਇੱਥੇ ਕੀ ਦੇਖਿਆ ਕਿ ਪਹਿਲੇ ਲੈਟਰ 'ਚ ਕੀ ਕਰ ਰਿਹਾ ਕਿ +1 ਕਰ ਰਿਹਾ, ਤਾਂ ਇਹਦਾ ਮਤਲਬ ਉੱਥੇ +1 ਕਰੇ ਤਾਂ ਮਤਲਬ ਮੋਟਰੋਲਾ 'ਚ ਵੀ ਪਹਿਲਾ ਲੈਟਰ +1 ਹੋਊਗਾ ਫੋਰ ਐਗਜ਼ਾਮਪਲ, ਤਾਂ ਇਹਦਾ ਮਤਲਬ ਮੈਂ ਇਸ ਆਪਸ਼ਨ ਨੂੰ ਤੇ ਇਸ ਆਪਸ਼ਨ ਨੂੰ ਐਲੀਮੀਨੇਟ ਕਰਤਾ। ਠੀਕ ਹੈ ਹੁਣ ਮੈਨੂੰ ਆਨਸਰ 1 ਜਾਂ 3rd ਚੋਂ ਫਾਈਂਡ ਕਰਨਾ। ਅਗਲੇ 'ਚ ਇਹ ਕਰ ਰਿਹਾ ਕਿ ਇਹ 2 ਐਡ ਕਰ ਰਿਹਾ, ਇੱਥੇ ਵੀ 2 ਐਡ ਕਰ ਰਿਹਾ, ਹੁਣ ਇੱਥੇ ਵੀ 2 ਐਡ ਹੋਊਗਾ ਮਤਲਬ 15 + 2 17। ਦੇਖੋ ਇੱਕ 'ਚ ਹੀ ਸੀਗਾ ਆਪਸ਼ਨ, ਆਨਸਰ ਆ ਗਿਆ, ਪੂਰਾ ਸੋਲਵ ਕਰਨਾ ਹੀ ਨਹੀਂ ਪਿਆ। ਹੁਣ ਜਿਹੜੇ ਬੱਚੇ ਪੂਰਾ ਸੋਲਵ ਕਰਕੇ ਆਨਸਰ ਫਾਈਂਡ ਕਰ ਰਹੇ ਸੀਗੇ ਉਹ ਸੈਸ਼ਨ ਲਾਈਕ ਕਰੋ ਕਿ ਹਾਂਜੀ ਸਰ ਨੇ ਕਿੰਨੀ ਛੇਤੀ ਸੋਲਵ ਕਰਕੇ ਦਿਖਾਤਾ ਤੇ ਫਟਾਫਟ ਆਨਸਰ ਲੈ ਆਤਾ, ਹੈ ਨਾ, ਥੋੜਾ ਟਾਈਮ ਸੇਵ ਹੋ ਗਿਆ। ਠੀਕ ਹੈ ਵਧੀਆ, ਲਾਈਕ ਕਰੋ ਸੈਸ਼ਨ ਨੂੰ ਯਾਰ, ਤੁਹਾਡੇ ਲਈ ਇੰਨਾ ਐਫਰਟ ਕਰ ਰਹੇ। ਚਲੋ ਅੱਗੇ ਚੱਲੀਏ। ਓਕੇ ਬਹੁਤ ਵਾਰ ਫੈਮਿਲੀ ਬਲੱਡ ਰਿਲੇਸ਼ਨਸ 'ਚ ਇਹੋ ਜਿਹੇ ਕੁਐਸਚਨ ਆਉਂਦੇ ਕਿ ਉਹ ਨਾ ਕੋਡਡ ਲੈਂਗੁਏਜ 'ਚ ਦੇ ਦਿੰਦਾ ਤੇ ਆਪਾਂ ਉਹਦਾ ਆਨਸਰ ਫਾਈਂਡ ਕਰਨਾ ਹੁੰਦਾ। ਇਹ ਕੋਈ ਟਫ ਚੀਜ਼ ਨਹੀਂ ਹੈ, ਇਟ ਇਜ਼ ਵੈਰੀ ਈਜ਼ੀ। ਤੁਸੀਂ ਕੀ ਕਰਨਾ ਬਸ ਜੋ ਲਿਖੀ ਹੋਈ ਇਨਫੋਰਮੇਸ਼ਨ ਉਹਨੂੰ ਇੱਥੇ ਹੀ ਰੀਡ ਕਰਨਾ, ਸੇਮ ਰੀਡ ਕਰਨਾ। ਠੀਕ ਹੈ ਇਹ ਕਹਿੰਦਾ ਕਿ W% D ਇਦਾਂ ਲਿਖਿਆ ਹੋਇਆ ਤੇ ਹਾਊ D ਇਜ਼ ਰਿਲੇਟਡ ਟੂ M। ਚਲੋ ਬਣਾਉਣਾ ਸ਼ੁਰੂ ਕਰਦੇ। ਕਹਿੰਦਾ W% D, W% D ਮੀਨਸ W ਇਜ਼ ਦੀ ਵਾਈਫ ਆਫ D। ਠੀਕ ਹੈ ਮੈਂ ਛੇਤੀ ਕਰ ਰਿਹਾ, ਜੇ ਡਿਟੇਲ 'ਚ ਦੇਖਣਾ ਫਿਰ ਤੋਂ YouTube ਦੀ ਜਾ ਕੇ ਵੀਡੀਓ ਚੈੱਕ ਕਰੋ। ਠੀਕ ਹੈ ਉਹ ਤੋਂ ਬਾਅਦ ਕੀ ਕਹਿੰਦਾ D#G, ਇਹਦਾ ਮਤਲਬ D ਇਜ਼ ਦੀ ਬ੍ਰਦਰ ਆਫ G। ठीक है G@B, G is the daughter of B। ठीक है B and M का मतलब B is the husband of M। ठीक है ਉਹ ਤੋਂ ਬਾਅਦ ਕਹਿੰਦਾ M@I, M is the daughter of I। ठीक है ਹੁਣ ਇਹ ਕਹਿੰਦਾ how D is related to M, ਤਾਂ D ਕੀ ਹੋਇਆ M ਦਾ son, D ਕੀ ਹੋਇਆ M ਦਾ son। ਦੇਖੋ ਹੁਣ ਮੈਂ ਕਿੰਨੀ ਛੇਤੀ ਸੋਲਵ ਕਰਿਆ ਕੁਐਸਚਨ, ਕਿੰਨਾ ਕੀ ਟਾਈਮ ਦਿੱਤਾ, ਤੇ ਜਿਹੜੇ ਬੱਚਿਆਂ ਨੇ ਬਲੱਡ ਰਿਲੇਸ਼ਨ ਚੈਪਟਰ ਵਿੱਚ ਤੋਂ ਸਿੱਖਿਆ ਉਹਨਾਂ ਨੂੰ ਵੀ ਜ਼ਿਆਦਾ ਟਾਈਮ ਲੱਗਿਆ ਨਹੀਂ ਉਹਨਾਂ ਕੁਐਸਚਨ ਸੋਲਵ ਕਰਨ। ਇਸ 'ਚ ਕੁਝ ਵੀ ਨਹੀਂ ਕਰਨਾ ਇਸ ਕੁਐਸਚਨ 'ਚ, ਮੈਂ ਫਿਰ ਵੀ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਦਿਸ ਕੁਐਸਚਨ ਇਜ਼ ਵੈਰੀ ਈਜ਼ੀ। ਤੁਸੀਂ ਬਸ ਕੀ ਕਰਨਾ ਕਿ ਜੋ ਇਹਨੇ ਕੋਡ ਲਿਖਿਆ ਹੋਇਆ ਤੁਸੀਂ ਉਹਨੂੰ ਇਸ ਤਰੀਕੇ ਨਾਲ ਹੀ ਬ੍ਰੇਕ ਕਰ ਲੈਣਾ। ਜਿਵੇਂ ਇੱਥੇ ਲਿਖਿਆ W%D, ਤੁਹਾਨੂੰ ਇੱਕ ਕਰਕੇ ਦਿਖਾ ਰਿਹਾ ਮੈਂ। ਠੀਕ ਹੈ W%D, ਹੁਣ ਉੱਪਰ ਜਾ ਕੇ ਪੜੋ ਕਿ ਪਰਸੈਂਟ ਦਾ ਕੀ ਮਤਲਬ ਹੈ। ਜਦੋਂ A%B ਲਿਖਦਾ ਨਾ ਇਟ ਮੀਨਸ A ਇਜ਼ ਦੀ ਵਾਈਫ ਆਫ B। ਤਾਂ ਸਿਮਿਲਰਲੀ ਹੁਣ ਇੱਧਰ ਹੋ ਜਾਊਗਾ ਕਿ W% D ਦਾ ਮਤਲਬ ਹੋ ਗਿਆ ਕਿ W ਇਜ਼ ਦੀ ਵਾਈਫ ਆਫ D। ਜੇ W D ਦੀ ਵਾਈਫ ਹੈ ਇਹਦਾ ਮਤਲਬ D ਉਹਦਾ ਹਸਬੈਂਡ ਹੋ ਜਾਊਗਾ, D ਉਹਦਾ ਕੀ ਹੋ ਜਾਊਗਾ ਹਸਬੈਂਡ ਹੋ ਜਾਊਗਾ। ਬਸ ਉਦਾਂ ਹੀ ਮੈਂ ਸਾਰੇ ਸੋਲਵ ਕਰਿਆ ਤਾਂ ਮੈਂ ਬਣਾਤਾ ਆਨਸਰ। ਠੀਕ ਹੈ ਜਿਨ੍ਹਾਂ ਨੇ ਨਹੀਂ ਕਰਿਆ ਸੀਗਾ ਉਹ ਫਟਾਫਟ ਦੇਖ ਲਓ ਕਿ ਕਿਵੇਂ ਕੁਐਸਚਨ ਕਰਿਆ ਆਪਾਂ। ਹੋ ਗਿਆ ਸਭ ਦਾ, ਚੱਲੀਏ ਅੱਗੇ। ਚਲੋ ਲੈਟਸ ਮੂਵ ਟੂ ਨੈਕਸਟ ਕੁਐਸਚਨ। ਓਕੇ ਹੁਣ ਕਿਹਦਾ ਕੁਐਸਚਨ ਆ ਗਿਆ ਆਪਣੇ ਕੋਲ, ਐਨਾਲੋਜੀ ਦਾ। ਕਿਹਦਾ ਕੁਐਸਚਨ ਹੈ ਇਹ, ਠੀਕ ਹੈ ਆ ਜਾਓ। ਇਹ ਕੀ ਕਹਿੰਦਾ ਕਿ 11 is related to 55 following a certain logic and similarly 22 is related to 110। ਠੀਕ ਹੈ then 44 is related to which of the following numbers। ਹੁਣ ਇਹ ਕੁਐਸਚਨ ਸੇ ਆਪਾਂ ਕੀ ਦੇਖਣਾ ਹੁੰਦਾ ਫੇਰ ਤੋਂ ਇਹ ਨੰਬਰ ਸੀਰੀਜ਼ ਦੀ ਇੱਕ ਟਾਈਪ ਹੈ ਜਿਹਨੂੰ ਆਪਾਂ ਐਨਾਲੋਜੀ ਕਹਿ ਦਿੰਦੇ ਆ। ਤੁਸੀਂ ਇਸ 'ਚ ਸਿਰਫ ਆ ਦੇਖਣਾ ਕਿ ਕਿਆ ਕੋਈ ਮਲਟੀਪਲੀਕੇਸ਼ਨ ਫੈਕਟਰ ਲੱਗ ਰਿਹਾ ਜਾਂ ਕੋਈ ਡਿਵੀਜ਼ਨ ਫੈਕਟਰ ਲੱਗ ਰਿਹਾ ਹੈ ਨਾ। ਜੇ ਮੈਂ ਇੱਥੇ ਮਲਟੀਪਲੀਕੇਸ਼ਨ ਫੈਕਟਰ ਚੈੱਕ ਕਰਾਂ 11 into 5 is 55, 22 into 5 is 110, so therefore 44 into 5 will be 220। ਆਪਣੇ ਕੋਲ ਆਨਸਰ ਆ ਗਿਆ। ਹੋਇਆ ਸਭ ਦਾ, ਸਮਝ ਆਇਆ ਸਭ ਨੂੰ ਕਿਵੇਂ ਕਰਿਆ ਆਪਾਂ।
बहुत ही ਸਿੰਪਲ ਕੁਐਸਚਨਸ ਹੁੰਦੇ ਨੇ, ਸਿਰਫ ਤੇ ਸਿਰਫ ਆਪਾਂ ਆਪਣੀ ਮਾਈਂਡ ਨੂੰ ਓਪਨ ਰੱਖਣਾ ਹੈ, ਥੋੜਾ ਜਿਹਾ ਐਨਾਲਿਟੀਕਲ ਮਾਈਂਡ ਯੂਜ਼ ਕਰਨਾ ਤੇ ਕੁਐਸਚਨ ਹੋਊਗਾ, ਠੀਕ ਹੈ, ਪੈਨਿਕ नहीं करना बस। चलो आओ आगे चलिए, नेक्स्ट क्वेश्चन करिए। ओके फिर तो अपने को आ गया कोडिंग डी कोडिंग का क्वेश्चन, किदा आ गया कोडिंग डी कोडिंग का क्वेश्चन। ओके इस च कह रहा है कि वर्ड सेफर है इज रिटन एज YDLHX, ठीक है, ਤੇ ਕਹਿੰਦਾ ਵਟ ਇਜ਼ ਦੀ ਕੋਡ ਫॉर WIDGL, ਠੀਕ ਹੈ, ਕਹਿੰਦਾ ਇਹਦਾ ਕੋਡ ਦੱਸਣਾ। ਓਕੇ ਹੁਣ ਸੇਫਰ ਦੀ ਆਪਾਂ ਸਾਰੀ ਪਲੇਸ ਲਿਖਣਾ ਸ਼ੁਰੂ ਕਰਾਂਗੇ। ਦਿਸ ਇਜ਼ 19, ਦਿਸ ਇਜ਼ 25, ਦਿਸ ਇਜ਼ 1, ਦਿਸ ਇਜ਼ 4, ਦਿਸ ਇਜ਼ 6, ਦਿਸ ਇਜ਼ 12, ਦਿਸ ਇਜ਼ 5, ਦਿਸ ਇਜ਼ 8, ਦਿਸ ਇਜ਼ 18 ਐਂਡ ਦਿਸ ਇਜ਼ 24। देखो कुछ कोड तो समझ आ रहा है क्या हो रहा है इस क्वेश्चन च, आर यू एबल टू फाइंड समथिंग? ओके देखो हुन की हो रहा है इत्थे दिस इज +6, इत्थे क्या हो रहा है +3, फिर क्या होया +6, फिर क्या होया +3, फिर क्या होया +6, मतलब ਉਹ ਕੀ ਕਰ ਰਿਹਾ ਹਰ ਇੱਕ ਆਲਟਰਨੇਟ ਪੋਜੀਸ਼ਨ ਤੇ +6 +3 +6 +3 ਦਾ ਚਲਾ ਰਿਹਾ, ਆਲਟਰਨੇਟ ਐਡੀਸ਼ਨ ਕਰ ਰਿਹਾ। क्या कर रहा है ਆਲਟਰਨੇਟ ਐਡੀਸ਼ਨ ਕਰ ਰਿਹਾ। ਹੁਣ ਆਪਣੇ ਲਈ ਬੜਾ ਈਜ਼ੀ ਹੋ ਗਿਆ, ਹੁਣ ਆਪਾਂ ਨੂੰ ਕਿਵੇਂ ਚੱਲ ਗਿਆ ਕਿ 23 ਹੈ, 23 + 6 ਕਿੰਨਾ ਆਊਗਾ ਆਪਣੇ ਕੋਲ 29 ਆਊਗਾ। ਪਰ क्या ਅਲਫਾਬੈਟਸ 29 ਅਲਫਾਬੈਟਸ ਹੁੰਦੇ ਨੇ? ਨਹੀਂ, ਅਲਫਾਬੈਟਸ ਕਿੱਥੇ ਖਤਮ ਹੋ ਜਾਂਦੇ ਨੇ 26 ਤੇ ਆ ਕੇ। ਤੇ ਮੈਂ ਕਿ ਦੱਸਿਆ ਜਦ 26 ਤੋਂ ਖਤਮ ਹੋ ਜਾਣਾ ਤਾਂ ਤੁਹਾਡੀ ਕਾਊਂਟਿੰਗ 27 28 29 ਤੱਕ ਚਲੀ ਜਾਵੇ, ਤੁਸੀਂ ਫੇਰ ਤੋਂ ABC ਸ਼ੁਰੂ ਕਰ ਦਿਓ, Z ਤੋਂ ਬਾਅਦ ਫੇਰ ਤੋਂ ABC ਲਿਖਣੀ ਸ਼ੁਰੂ ਕਰ ਦਿਓ। ਇਹਦਾ ਮਤਲਬ ਹੁਣ 29 ਤੇ ਕੌਣ ਆਊਗਾ C ਆਊਗਾ, क्या ਆਊਗਾ C ਆਊਗਾ, ਠੀਕ ਹੈ। ਦੇਖੋ ਸਾਰੇ ਆਪਸ਼ਨ ਚ C ਹੈਗਾ, ਇਹਦਾ ਮਤਲਬ ਆਪਣਾ ਹਲੇ ਸੋਲਵ ਨਹੀਂ ਹੋਣਾ। ਨੈਕਸਟ ਤੇ ਜਾਂਦੇ ਹਾਂ, ਹੁਣ ਨੈਕਸਟ ਚ ਕਿੰਨੇ ਐਡ ਕਰਨਾ ਹੈ ਓਨਲੀ +3, 9 I ਦੀ ਪਲੇਸ ਵੈਲਿਊ ਕਿੰਨੀ ਹੁੰਦੀ ਹੈ ਆਪਣੇ ਕੋਲ 9 ਤੇ +3 ਕਰੇ ਕਿੰਨਾ ਬਣੂਗਾ ਆਪਣੇ ਕੋਲ 12, ਕਿੰਨਾ ਆਊਗਾ ਆਪਣੇ ਕੋਲ 12, ਤੇ ਇਹਦਾ ਮਤਲਬ ਆਪਣਾ ਆਹ ਵਾਲਾ ਆਪਸ਼ਨ ਐਲੀਮੀਨੇਟ ਹੋ ਗਿਆ, 1 2 4 ਚ ਬਚੇ, ਠੀਕ ਹੈ। ਹੁਣ ਮੈਂ J ਨੂੰ ਚੈੱਕ ਨਹੀਂ ਕਰੂੰਗਾ ਕਿਉਂਕਿ J ਤਿੰਨਾਂ ਚ ਸੇਮ ਹੈ, ਮੈਂ 4th ਆਪਸ਼ਨ ਚੈੱਕ ਕਰੂੰਗਾ, ਠੀਕ ਹੈ। 4th ਚ ਕੀ ਕਰਨਾ ਸੀ ਆਪਾਂ ਫੇਰ ਤੋਂ +3, 7 + 3 10, ਕਿੰਨਾ ਆਊਗਾ J ਵਾਲਾ ਆਪਸ਼ਨ ਹੋਣਾ ਚਾਹੀਦਾ ਸੀਗਾ, 4th ਆਪਸ਼ਨ ਚ J ਸਿਰਫ ਇਸ ਚ ਹੀ ਸੀਗਾ, ਇਹੀ ਆਨਸਰ ਹੈ ਆਪਣਾ। ਇਹ ਦੋਨੋਂ ਐਲੀਮੀਨੇਟ ਹੋ ਗਏ। ਆਇਆ ਸਭ ਨੂੰ ਸਮਝ? ਦੇਖੋ ਬਚਿਆ ਨਾ ਟਾਈਮ, ਇਹੀ ਜਿਹੜਾ ਟਾਈਮ ਆਪਾਂ ਸੇਵ ਕਰ ਰਹੇ ਕਿਸੇ ਹੋਰ ਕੁਐਸਚਨ ਚ ਲਾ ਲਾਂਗੇ, ਕੋਈ ਹੋਰ ਕਨਸੈਪਟ ਸੋਚਣ ਚ ਲਾ ਲਾਂਗੇ, ਹੈ ਨਾ। DI ਦਾ ਕੁਐਸਚਨ ਕਿਉਂਕਿ ਥੋੜਾ ਜਿਹਾ ਲੈਂਦੀ ਆਉਂਦਾ, DI ਚ ਆਪਾਂ ਟਾਈਮ ਬਚਾ ਲਾਂਗੇ, ਹੈ ਨਾ। ਤੇ ਇਸ ਕਰਕੇ ਸਿੱਖੋ ਆਪਸ਼ਨ ਐਲੀਮੀਨੇਸ਼ਨ ਦਾ ਕੁਐਸਚਨ ਕਰਨਾ ਸਿੱਖੋ, ਠੀਕ ਹੈ। ਚਲੋ ਆਓ ਅੱਗੇ ਚੱਲੀਏ। ओके फिर तो अपने कोल क्या आ गया सिलोग या फिर सिलोजिज्म। करिए सिलोजिज्म हूँ फिर तो आ जाओ, घबराना नहीं है सिलोजिज्म देख के, बहुत बच्चे टेंशन लेने सिलोजिज्म की पर टेंशन लेनी ही नहीं है, ठीक है। ये कहता सम जेज आर एज, ओके सम जेज आर एज, ठीक है। फिर कहता सम एज आर बी, सम एज आर बी, फिर कहता ऑल बीज आर सी, ऑल बीज आर सी। बस इन्ना जिहा बनाओ डायग्राम बनाया हो गया, डायग्राम बनया सब दा देख लो, सब दा इदां ही बनया सीगा। आओ कंक्लूजनस चेक करिए। हुण कहंदा सम सीज आर एस, ये कहंदा सम सीज आर एस, बिल्कुल सही है। देखो एरिया बन रहा ना ये वाला, तो सम सीज आर एस, ठीक है। फिर कहना सम बीज आर जेस, नहीं क्योंकि अपन दिख नहीं रहा, जो चीज़ विजिबली दिख नहीं रही ਇਹਦਾ मतलब वो नहीं हो रही। सिलोजिज्म च सिर्फ क्या है कि जो ਆਪਾਂ ਅੱਖੀ ਦੇਖਿਆ ਉਹ ਤੇ ਹੀ ਵਿਸ਼ਵਾਸ ਕਰਨਾ, ਜੋ ਆਪਾਂ ਅੱਖੀ ਦੇਖਿਆ ਉਹ ਤੇ ਹੀ ਵਿਸ਼ਵਾਸ ਕਰਨਾ, ਉਹਦੇ ਇਲਾਵਾ ਆਪਾਂ ਕਿਸੇ ਚੀਜ਼ ਨੂੰ ਸੱਚ ਨਹੀਂ ਮੰਨਣਾ। ਇਹਦਾ ਮਤਲਬ ਆਪਣਾ ਆਨਸਰ ਕੀ ਬਣਿਆ ਓਨਲੀ ਕੰਕਲੂਜਨ 1 ਫੋਲੋਸ। ਆਇਆ ਸਭ ਨੂੰ? ਲੈ ਲਓ ਥੋੜੇ ਜਿਹੇ 20-25 ਸੈਕਿੰਡ ਲੈ ਲਓ ਸਮਝਣ ਨੂੰ ਕਿ ਆਪਾਂ ਕੀ ਕਰਿਆ। चलिए अगे, आया सबनों समझ? ओके आ जाओ नेक्स्ट क्वेश्चन चलिए। नेक्स्ट क्वेश्चन की अपने को ब्लड रिलेशन का, थोड़ा जा लेंदी क्वेश्चन है, ठीक है। देखो हम लेंदी लगता पर सॉल्व करने लगोगे तो इन्ना औखा नहीं लगना, ठीक है। चलो आओ सॉल्व करिए। कहता देयर इज वन कपल इन दी फैमिली, वन कपल का मतलब हो गया कि लोग दो एक बंदे मैरिड ने, ठीक है। और तो कहता पी इज द ब्रदर ऑफ सी, जो जो इन्फॉर्मेशन तुम दी है उस तरीके से चले जाओ। कहता पी इज द ब्रदर ऑफ सी, ठीक है जी। कहता सी हैज 3 चिल्ड्रन, सी हैज 3 चिल्ड्रन, ਇਹਦਾ मतलब
C किस नाल मैरिड होना, ठीक है। M इज द डॉटर ऑफ P, कहता M इज द डॉटर ऑफ P, ओके ਆਪਾਂ ਇੱਥੇ ਬਣਾਤਾ, ਠੀਕ ਹੈ। ਤੇ ਕਹਿੰਦਾ A and B are sisters, ਕਹਿੰਦਾ A and B are sisters। ਚਲੋ ਇੱਕ ਅਲੱਗ ਇਨਫੋਰਮੇਸ਼ਨ, ਕਿਉਂਕਿ ਕਿਸੇ ਦਿੱਤਾ ਨਹੀਂ ਹੋਇਆ ਆਪਾਂ ਨੂੰ ਤਾਂ ਆਪਾਂ ਇਹਨੂੰ ਅਲੱਗ ਨਾਲ ਲਿਖ ਲਿਆ ਕਿ A and B are sisters, ਠੀਕ ਹੈ। ਉਸ ਤੋਂ ਬਾਅਦ ਦੇਖਦੇ ਹਾਂ, ਫਿਰ ਕਹਿੰਦਾ Q is the brother of B, Q is the brother of B, ਮੈਂ ਇੱਥੇ Q ਬਣਾਤਾ, ਠੀਕ ਹੈ। Q is the brother of B। ਫਿਰ ਕਹਿੰਦਾ B is the daughter of K, B is the daughter of K, ਜੇ B K ਦੀ ਡਾਟਰ ਹੈ ਤਾਂ ਇਹਦਾ ਮਤਲਬ ਇਹ ਸਾਰੇ ਵੀ ਉਹਦੇ ਹੀ ਬੱਚੇ ਹੋਏ, ਹੈ ਨਾ। ਫਿਰ ਕਹਿੰਦਾ Q is the son of C, Q is the son of C, ਇਹਦਾ ਮਤਲਬ ਆਪਣੀ ਸਾਰੀ ਇਨਫੋਰਮੇਸ਼ਨ ਫਿੱਟ ਹੋ ਗਈ ਹੁਣ ਇੱਥੇ, ਇਹ Q ਹੋ ਗਿਆ, ਇਹ A ਹੋ ਗਿਆ, ਠੀਕ ਹੈ, ਤੇ ਇਹ ਕੀ ਹੋ ਗਿਆ, B ਹੋ ਗਿਆ, ਤੇ C is married to K, ਠੀਕ ਹੈ। ਪਰ ਹਾਲੇ ਆਪਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਚੋਂ ਹਸਬੈਂਡ ਵਾਈਫ ਕੌਣ ਹੈ, ਠੀਕ ਹੈ। ਹੁਣ ਅੱਗੇ ਚੱਲੋ, ਹੁਣ ਕਹਿੰਦਾ ਕਿ K is the wife of C, ਇਹਦਾ ਮਤਲਬ A ਵੀ ਮੇਲ ਹੋ ਗਿਆ, A ਹੋ ਗਈ ਫੀਮੇਲ, ਬਣ ਗਿਆ ਬਸ, ਸਾਰਾ ਸੋਲਵ ਹੋ ਗਿਆ ਆਪਣਾ। ਕਿਆ ਹੀ ਮੁਸ਼ਕਿਲ ਸੀਗਾ, ਬਸ ਜਿਵੇਂ ਜਿਵੇਂ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਵੇਂ ਉਵੇਂ ਤੁਸੀਂ ਸੋਲਵ ਕਰਨਾ, ਬਣਿਆ ਸਭ ਦਾ ਇਹੋ ਜਿਹਾ ਹੀ, ਠੀਕ ਹੈ। ਦੇਖ ਲਓ ਹਲੇ, ਚਲੋ ਹੁਣ ਦੇਖੀਏ ਕੁਐਸਚਨ ਕਿਆ, ਕੁਐਸਚਨ ਕਹਿੰਦਾ ਹਾਊ ਇਜ਼ C ਰਿਲੇਟਡ ਟੂ M, ਮਤਲਬ C ਦਾ M ਨਾਲ ਕਿਆ ਰਿਲੇਸ਼ਨ ਹੈ। ਬਹੁਤ ਈਜ਼ੀ ਹੈ, ਮੰਨ ਲਓ ਕਿ ਤੁਹਾਡੇ ਪਾਪਾ ਦੇ ਬ੍ਰਦਰ ਨੇ, ਤੁਹਾਡੇ ਪਾਪਾ ਦੇ ਬ੍ਰਦਰ ਨੇ, ਤਾਂ ਉਹ ਤੁਹਾਡੇ ਕਿਆ ਲੱਗੇ, ਚਾਚੂ, ਤੇ ਇਦਾਂ ਹੀ CM ਦੇ ਕੀ ਆ ਲੱਗੇ, ਅੰਕਲ, ਈਜ਼ੀ ਹੈ ਨਾ। ਜੇ ਕਿਸੇ ਨੂੰ ਅੰਕਲ ਆਂਟ ਸਮਝਣ 'ਚ ਦਿੱਕਤ ਹੈ ਨਾ, ਇਹੋ ਜਿਹੀ ਕੋਈ ਵੀ ਦਿੱਕਤ ਹੈ, ਉਹ ਸਾਰੀ ਬਲੱਡ ਰਿਲੇਸ਼ਨ ਦੀ ਵੀਡੀਓ ਜਾ ਕੇ ਚੈੱਕ ਕਰੋ, ਉੱਥੇ ਪੂਰਾ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਹਾਂ ਇਹ ਕਿਵੇਂ ਚੈੱਕ ਹੁੰਦਾ, ਠੀਕ ਹੈ। ਚਲੋ ਅੱਗੇ ਚੱਲੀਏ, ਓਕੇ। ਨੈਕਸਟ ਕੁਐਸਚਨ ਕੀ ਆ ਗਿਆ ਆਪਣੇ ਕੋਲ, एनालॉजी का। फिर तो नेक्स्ट क्वेश्चन क्या आ गया अपने को, एनालॉजी का। चलो आओ देखिए क्वेश्चन क्या कहता है, क्वेश्चन कहता कि 5 इज रिलेटेड टू 27, सिमिलरली 7 इज रिलेटेड टू 51, कहता कि दसो 4 कितना रिलेट होगा, ठीक है। इदा के क्वेश्चन आते हैं। अच्छा हुण जे आपां कोई लिंक बनाने की कोशिश करिए, ये की कर रहा 5 × 5 करता इन्हें ते +2 करता, पर जे मैं सेम चीज़ इतने करा 7 × 5 35 +2 फेल हो गया, ठीक है। तो क्या इतने कुछ होर हो रहा है, इतने कोई कॉमन नंबर ऐड हो रहा है, इतने किन्ने ऐड हो रहा है, इतने ऐड हो रहा है +22, इतने किन्ने ऐड हो रहे नंबर दसो, इतने ऐड हो रहा 44, कोई सेंस बन रही है इस चीज़ की, नहीं है ना। ਇਹਦਾ मतलब कुछ होर होना है, इतने क्या हो सकता है, इतने ਇਹਦੇ ਇਲਾਵਾ ਹੁਣ ਜਿਹੜੇ ਬੱਚੇ ਨੂੰ ਸਕੁਏਅਰਸ ਦਾ ਪਤਾ ਉਹ ਇਸ ਕੁਐਸਚਨ ਨੂੰ ਬਹੁਤ ਈਜ਼ੀਲੀ ਟੈਕਲ ਕਰ ਲੂਗਾ। 5 ਦਾ ਸਕੁਏਅਰ ਕਿੰਨਾ ਹੁੰਦਾ 25, ਠੀਕ ਹੈ, ਉਹ 'ਚ ਇਹਨੇ ਕੀ ਕਰਿਆ ਹੋਇਆ +2। 7 ਦਾ ਸਕੁਏਅਰ ਕਿੰਨਾ ਹੁੰਦਾ 49 +2। 4 ਦਾ ਸਕੁਏਅਰ ਕਿੰਨਾ ਹੁੰਦਾ 16 +2 18। ਇਹ क्या हो गया अपना आंसर, आया सब ਨੂੰ क्या हो गया अपना आंसर 18। ਇਸ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਸਕੁਏਅਰਸ ਕਿਊਬਸ ਜੇ ਹਲੇ ਵੀ ਲੱਗਦੇ ਨੇ ਇੱਕ ਵਾਰ ਨਿਗਾਹ ਮਾਰ ਲਓ, ਹੈ ਨਾ। ਡੇਲੀ ਉਹਨਾਂ ਨੂੰ ਆਪਣੀ ਟੇਬਲ ਦੇ ਉੱਤੇ ਪੇਸਟ ਕਰ ਲਓ, ਪੇਸਟ ਕਰਨ ਨਾਲ ਬੰਦੇ ਨੂੰ ਹਮੇਸ਼ਾ ਯਾਦ ਰਹਿੰਦੇ ਨੇ। ਉਹ ਤੋਂ ਬਾਅਦ ਬਹੁਤ ਸਾਰੇ ਐਗਜ਼ਾਮ 'ਚ ਇਹੋ ਕੁਐਸਚਨ ਆਣੇ, ਫਿਰ ਕਦੇ ਗਲਤ ਨਹੀਂ ਹੋਣੇ, ਠੀਕ ਹੈ। ਚਲੋ ਅੱਗੇ ਚੱਲੀਏ, ਓਕੇ। ਨੈਕਸਟ ਕੁਐਸਚਨ ਫਿਰ ਤੋਂ ਕਿਹਦਾ ਆ ਗਿਆ, ਕੋਡਿੰਗ ਡੀਕੋਡਿੰਗ ਦਾ ਆ ਗਿਆ। ਨੈਕਸਟ ਕੁਐਸਚਨ ਕੀ ਹੈ, ਕੋਡਿੰਗ ਡੀਕੋਡਿੰਗ। क्या वर्ड लिखा हुआ अपने को, सेफर। अच्छा ये क्वेश्चन ਆਪਾਂ ਆਲਰੇਡੀ ਕਰ ਚੁੱਕੇ ਆ ਨਾ, ਇਹ क्वेश्चन ਆਪਾਂ ਆਲਰੇਡੀ ਕਰ ਚੁੱਕੇ ਆ, ਇਹਨੂੰ ਆਪਾਂ ਸਕਿਪ ਕਰ ਦੇਣਾ, ਠੀਕ ਹੈ। ਆਲਰੇਡੀ ਡਨ ਲਿਖ ਦੇਣਾ ਮੈਂ, ठीक है। 3 ਸੀਗਾ ਦਾ ਆਨਸਰ। ਚਲੋ ਨੈਕਸਟ ਕੁਐਸਚਨ ਚੱਲੀਏ, ਓਕੇ। ਫਿਰ ਤਾਂ ਆਪਣੇ ਕੋਲ ਕੀ ਆ ਗਿਆ, ਐਨਾਲੋਜੀ ਦਾ ਕੁਐਸਚਨ ਆ ਗਿਆ। ਹੁਣ ਇਹ ਕੀ ਹੋਗੀ, ਇਹ ਵਰਡ ਰਿਲੇਟਡ ਐਨਾਲੋਜੀ ਹੋਗੀ। ਵਰਡ ਰਿਲੇਟਡ ਐਨਾਲੋਜੀ ਕਿਵੇਂ ਸੋਲਵ ਹੁੰਦੀ ਹੈ ਕਿ ਜੇ ਬੱਚੇ ਨੂੰ ਪਹਿਲਾਂ ਤਾਂ ਵਰਡਸ ਪਤਾ ਹੋਣੇ ਚਾਹੀਦੇ ਆ। ਵਰਡਸ ਜਦ ਤੱਕ ਤੁਹਾਨੂੰ ਨਹੀਂ ਪਤਾ ਕਿ ਵਰਡਸ ਕਿਆ ਨੇ, ਵਰਡ ਦਾ ਮਤਲਬ ਕਿਆ ਹੁੰਦਾ, ਤਦ ਤੱਕ ਇਹੋ ਜਿਹੇ ਕੁਐਸਚਨ ਟੈਕਲ ਕਰਨੇ ਬੜੇ ਮੁਸ਼ਕਿਲ ਨੇ। ਤੇ ਆ ਵਰਡਸ ਕਿੱਥੋਂ ਤੁਸੀਂ ਸਿੱਖ ਸਕਦੇ ਹੋ, ਸਾਡੀ ਸੀਰੀਜ਼ ਵੋਕੈਬ ਵਰਲਡ ਤੋਂ, ਸਾਡੀ ਸੀਰੀਜ਼ ਵੋਕੈਬ ਵਰਲਡ ਤੋਂ। ਤੇ ਜਿਹੜੇ ਅਸੀਂ ਮੈਰਾਥਨ ਕਰਾਉਂਦੇ ਹਾਂ, ਹੈ ਨਾ, ਉੱਥੋਂ ਤੁਸੀਂ ਸਾਰੀ ਇੰਗਲਿਸ਼ ਸਿੱਖ ਸਕਦੇ ਹੋ, ਹੈ ਨਾ। ਜਿਹੜੀ ਤੁਹਾਡੀ ਜੇ ਲੱਗਦਾ ਕਿ ਹਾਂਜੀ ਮੇਰੀ ਵੋਕੈਬਲਰੀ ਵੀਕ ਹੈ, ਉੱਥੋਂ ਵਧੀਆ ਬਿਲਡ ਹੋ ਜਾਊਗੀ। ਹੁਣ ਦੇਖੋ ਆਓ ਆਹ ਕੁਐਸਚਨ ਕਰੀਏ। ਇਹ ਕਹਿੰਦਾ ਪ੍ਰੋਬਲਮ ਸੋਲਿਊਸ਼ਨ। ਪ੍ਰੋਬਲਮ ਦਾ ਉਲਟਾ ਕਿਆ ਹੁੰਦਾ, ਸੋਲਿਊਸ਼ਨ। ਪ੍ਰੋਬਲਮ ਦਾ ਉਲਟਾ ਕਿਆ ਹੁੰਦਾ, ਸੋਲਿਊਸ਼ਨ।
ਤੇ ਇਹਦਾ ਮਤਲਬ ਹੁਣ ਆਪਾਂ ਆਪਸ਼ਨਸ 'ਚ ਇਹੋ ਜਿਹਾ ਲੱਭਣਾ ਜਿਹੜਾ ਦਾ ਆਪੋਜ਼ਿਟ ਹੋ, ਠੀਕ ਹੈ। ਪਹਿਲਾ ਕੀ ਹੈ, ਲੋਸਟ ਐਂਡ ਫਾਊਂਡ, ਬਿਲਕੁਲ ਸਹੀ ਹੈ, ਆਪੋਜ਼ਿਟ ਹੈ। ਪਰ ਇੱਕ ਵਾਰ ਬਾਕੀ ਸਾਰੇ ਆਪਸ਼ਨਸ ਵੀ ਚੈੱਕ ਕਰ ਲਿਆ ਕਰੋ, ਕਈ ਵਾਰ ਪੇਪਰ ਸੈਟਰ ਤੋਂ ਗਲਤੀ ਹੋ ਸਕਦੀ ਹੈ ਨਾ। ਉਹ ਤੋਂ ਬਾਅਦ ਕੀ ਹੈ, ਟਾਈਮ ਮਨੀ, ਕੋਈ ਆਪੋਜ਼ਿਟ ਨਹੀਂ ਹੈ। ਸਕਸੈਸ ਫੇਮ, ਇਹ ਤਾਂ ਬਲਕਿ ਸਿਨੋਨਿਮਸ ਹੋ ਗਏ, ਹੈ ਨਾ। ਟਾਕ ਸਪੀਕ, ਇਹ ਵੀ ਕਿਆ ਹੋ ਗਏ, ਸਿਨੋਨਿਮ ਹੋ ਗਏ। ਆਪਾਂ ਕੀ ਲੱਭਣਾ ਸੀਗਾ, ਐਂਟੋनिम। ਆਪਣਾ ਆंसर ਕੀ ਬਣ ਗਿਆ, ਲੋਸਟ ਫਾਊਂਡ। ਹੋਇਆ ਸਭ ਦਾ, ਸਮਝ ਆਇਆ ਆਪਾਂ ਕਿਵੇਂ ਕਰਿਆ। ਬਾਕੀ ਇੱਕ ਵਾਰ ਉੱਪਰ ਸਟੇਟਮੈਂਟ ਪੜ੍ਹ ਲਿਆ ਕਰੋ, ਹੈ ਨਾ, ਕਿ ਉੱਪਰ ਕਿਆ ਲਿਖਿਆ। ਜਿਵੇਂ ਉੱਪਰ ਲਿਖਿਆ ਸੀ, ਸਿਲੈਕਟ ਦ ਵਰਡ ਪੇਅਰ that best represents a similar relationship to the one expressed in the pair of words given below, ठीक है। अगे लिखा the words must be considered as meaningful English words and must not be related to each other based on the number of letters, constants, vowels in the word। मतलब कह रहा है कोडिंग डिकोडिंग का क्वेश्चन नहीं है, ये सब वर्ड्स मीनिंगफुल वर्ड्स ने, कुछ ना कुछ पर्पस हैगा, ਤੁਸੀਂ ਉਸੇ ਹਿਸਾਬ ਨਾਲ ਉਹਦਾ ਆਨਸਰ ਲੱਭਣਾ, ਠੀਕ ਹੈ। ਹੋਇਆ ਸਭ ਦਾ ਇਹ ਕਿ ਇਹ ਕੀ ਸੀਗਾ, ਐਂਟੋनिम ਬੇਸਡ ਕੁਐਸਚਨ ਸੀਗਾ। ਕਿਆ ਸੀਗਾ ਇਹ, ਐਂਟੋनिम ਬੇਸਡ ਕੁਐਸਚਨ ਸੀਗਾ। ਚਲੋ ਆਓ ਅੱਗੇ ਚੱਲੀਏ। ਓਕੇ, ਫਿਰ ਤਾਂ ਆਪਣੇ ਕੋਲ ਇੱਕ ਐਨਾਲੋਜੀ ਦਾ ਕੁਐਸਚਨ ਆ ਗਿਆ, ਹੈ ਨਾ। ਇਹ ਹੋ ਗਿਆ ਜੀਕੇ ਬੇਸਡ ਐਨਾਲੋਜੀ, ਠੀਕ ਹੈ। ਕਹਿੰਦਾ ਬੈਂਗਲੋਰ ਇਜ਼ ਅ ਸਿਟੀ ਆਫ ਗਾਰਡਨਸ, ਅੱਛਾ ਜੀ। ਸ਼੍ਰੀਨਗਰ ਇਜ਼ ਸਿਟੀ ਆਫ ਲੇਕਸ, ਠੀਕ ਹੈ ਜੀ। ਕਹਿੰਦਾ ਕੋਲਕਾਤਾ ਦੱਸੋ ਕਿਆ ਹੈ। ਹੁਣ ਜਿਨ੍ਹਾਂ ਨੂੰ ਇਹਦਾ ਆਨਸਰ ਐਗਜ਼ੈਕਟਲੀ ਪਤਾ ਉਹੀ ਮਾਰਕ ਕਰ ਸਕਦੇ ਆ, ਵਰਨਾ ਕੁਐਸਚਨ ਸਕਿਪ ਹੋ ਜਾਊਗਾ। ਕੋਲਕਾਤਾ ਇਜ਼ ਆਲਸੋ ਨੋਨ ਐਸ ਸਿਟੀ ਆਫ ਜੋਏ, ਆਫਨ ਨੋਨ ਐਸ ਸਿਟੀ ਆਫ ਜੋਏ। ਹੁਣ ਜਿਹੜੀਆਂ ਬਾਕੀ 3 ਸਿਟੀਜ਼ ਨੇ, ਇਹ ਕਮੈਂਟ ਬਾਕਸ 'ਚ ਮੈਂਸ਼ਨ ਕਰੋ ਕਿ ਕਿਹੜੀ ਕਿਹੜੀਆਂ ਨੇ, ਠੀਕ ਹੈ। ਚਲੋ ਇੱਕ ਛੋਟਾ ਜਿਹਾ ਹੋਮਵਰਕ ਦਿੱਤਾ ਤੁਹਾਨੂੰ ਬਸ। ਚਲੋ ਅੱਗੇ ਚੱਲੀਏ। ਫਿਰ ਤਾਂ ਆਪਣੇ ਕੋਲ ਆ ਗਿਆ ਇੱਕ ਬਲੱਡ ਰਿਲੇਸ਼ਨ ਦਾ ਕੁਐਸਚਨ। ਚਲੋ ਸੋਲਵ ਕਰਨਾ ਸ਼ੁਰੂ ਕਰੀਏ। ਕਹਿੰਦਾ देयर आर 8 members in a family that are A B C D E F G H, ठीक है। A is the mother of E, A is the mother of E, बनाता जी, ठीक है। फिर कहता E who is the wife of D, E is the wife of D, ठीक है। F is the son of C, F is the son of, जो इन्फॉर्मेशन बिल्कुल अलग देते हो अलग तो बना लो कितने, ठीक है। मैं साइड हो जाना, आ देख मैं बिल्कुल अलग तो रिप्रेजेंट करता हूँ। फिर कहना C is the brother of E, C is the brother of E, ਇਹਦਾ ਮਤਲਬ F ਇੱਥੇ ਆ ਗਿਆ ਤੇ C ਦਾ ਇਹ C ਦਾ son ਹੈ, ਇਹਦਾ ਮਤਲਬ ਇਹ ਹੋ ਗਿਆ ਇਹਦਾ ਹਸਬੈਂਡ, ਠੀਕ ਹੈ। ਬਣ ਗਿਆ ਸਾਰਾ। ਸਮਝ ਆਇਆ ਆਪਾਂ ਕਿਵੇਂ ਲਿੰਕ ਕਰਿਆ ਵਾਲਾ ਪੁਆਇੰਟ। ਜੇ ਨਹੀਂ ਸਮਝ ਆਇਆ ਵੀਡੀਓ ਨੂੰ ਥੋੜਾ 10 ਸੈਕਿੰਡ ਸਕਿਪ ਪਿੱਛੇ ਜਾਓ ਤੇ ਸਮਝੋ ਇਸ ਚੀਜ਼ ਨੂੰ। ਫਿਰ ਇਹ ਕਹਿੰਦਾ C is the brother of E, C is the brother of E, ਅੱਛਾ ਨਹੀਂ ਇਹਨੇ ਕਿਹਾ ਸੀਗਾ ਕਿ C is the brother of E, ਸੌਰੀ ਮੈਂ ਗਲਤ ਬਣਾਤਾ ਇੱਥੇ, ਆ ਲਓ ਹਾਂ ਹੁਣ ਆ ਜਾਓ। ਇਹ ਕਹਿੰਦਾ ਕਿ C is the brother of E, ਜੇ C ਦਾ ਬ੍ਰਦਰ ਹੈ ਤਾਂ ਥੱਲੇ F ਇਹਦਾ ਹੋ ਗਿਆ ਸਨ ਤੇ C ਵੀ ਹੋ ਗਿਆ ਇੱਕ ਮੇਲ। ਚਲੋ ਅੱਗੇ ਚੱਲੀਏ। ਇਹ ਕਹਿੰਦਾ H is the daughter of G, H is the daughter of G। ਹੁਣ ਮੈਨੂੰ ਪਤਾ ਨਹੀਂ ਹੈ ਕਿ G ਕੌਣ ਹੈ, ਮੈਂ G ਅਲੱਗ ਤੋਂ ਬਣਾਤਾ ਤੇ ਕਹਿੰਦਾ ਕਿ H is the daughter of G, ਠੀਕ ਹੈ। H ਨੂੰ ਮੈਂ ਇੱਥੇ ਬਣਾਤਾ। ਚਲੋ ਹੁਣ ਕਹਿੰਦਾ who is the grandfather of F, who is the grandfather of F, G ਕੌਣ ਹੈ, G is the grandfather of F, ਠੀਕ ਹੈ। ਇਹਦਾ ਮਤਲਬ G ਇਹਦਾ ਹਸਬੈਂਡ ਹੋ ਗਿਆ, ਠੀਕ ਹੈ ਬਿਲਕੁਲ ਸਹੀ। ਤੇ G ਦੀ ਇੱਕ ਹੋਰ ਡਾਟਰ ਹੈ ਜੋ ਕੀ ਹੈ H। ਆਇਆ ਸਭ ਨੂੰ। ਹੁਣ ਬਸ ਆਪਣਾ ਸਾਰਾ ਪੂਰਾ ਹੋ ਗਿਆ। ਹੁਣ ਕਹਿੰਦਾ ਹਾਊ G is related to B, B ਤਾਂ ਇਹਨੇ ਬਣਾਇਆ ਹੀ ਨਹੀਂ ਹੈਗਾ ਕਿਤੇ, ਹਾਂ ਇਹ ਕਹਿੰਦਾ B is the son of E, B is the son of E, ਠੀਕ ਹੈ। ਆ ਲਓ ਸਾਰਾ ਬਣ ਗਿਆ। ਹੁਣ ਸਮਝ ਆਇਆ ਸਭ ਨੂੰ। ਇੱਕ ਵਾਰ ਦੁਬਾਰਾ ਸੋਲਵ ਕਰਾਂਗੇ, ਕੋਈ ਗੱਲ ਨਹੀਂ, ਠੀਕ ਹੈ। ਇਹਨੇ ਕੁਐਸਚਨ ਪੁੱਛਿਆ ਹਾਊ G is related to B, G B ਦਾ ਕੀ ਲੱਗੇ। ਹੁਣ E ਦੇ ਲੱਗੇ ਫਾਦਰ ਤੇ B ਦੇ ਕੀ ਲੱਗੇ, ਇਹ ਪੈਟਰਨਲ ਗ੍ਰੈਂਡਫਾਦਰ। ਕੀ ਹੋਏ ਇਹ, ਸੌਰੀ ਪੈਟਰਨਲ ਨਹੀਂ ਮੈਟਰਨਲ ਗ੍ਰੈਂਡਫਾਦਰ। ਆ ਮੈਟਰਨਲ ਤੇ ਪੈਟਰਨਲ ਵੀ ਮੈਂ ਪੂਰਾ ਸਮਝਾਇਆ ਆਪਣੀ ਬਲੱਡ ਰਿਲੇਸ਼ਨ ਵਾਲੀ ਵੀਡੀਓ 'ਚ, ਠੀਕ ਹੈ। ਉੱਥੇ ਆ ਕੇ ਸਮਝੋ। ਪੈਟਰਨਲ ਕੌਣ ਹੁੰਦੇ ਨੇ, ਜੋ ਆਪਣੇ ਪਾਪਾ ਸਾਈਡ ਦੇ ਦਾਦਾ ਦਾਦੀ ਹੁੰਦੇ ਨੇ ਉਹਦੇ ਪੈਟਰਨਲ। ਜੋ ਆਪਣੇ ਮੰਮਾ ਸਾਈਡ ਦੇ ਨਾਨਾ ਨਾਨੀ ਹੁੰਦੇ ਆ ਉਹਨਾਂ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਮੈਟਰਨਲ ਗ੍ਰੈਂਡਫਾਦਰ ਜਾਂ ਮੈਟਰਨਲ ਗ੍ਰੈਂਡਮਦਰ, ਠੀਕ ਹੈ। ਆ ਜਾਓ ਆਹ ਲੈ ਪਜ਼ਲ ਇੱਕ ਵਾਰ ਦੁਬਾਰਾ ਸੋਲਵ ਕਰਦੇ ਹਾਂ ਆਪਾਂ। ਵਧੀਆ ਪਜ਼ਲ ਹੈ, ਠੀਕ ਹੈ। ਇਹਨੇ ਕੀ ਸ਼ੁਰੂ ਕਰਿਆ, ਇਹ ਕਹਿੰਦਾ ਕਿ A is the mother of E, A is the mother of E, ਠੀਕ ਹੈ। ਫਿਰ ਕਹਿੰਦਾ E who is the wife of D, E who is the wife of D, ਇਹਦਾ ਮਤਲਬ D क्या हो गया, ਹਸਬੈਂਡ ਹੋ ਗਿਆ। ਹੁਣ ਕਹਿੰਦਾ F is the son of C, F is the son of C, ਠੀਕ ਹੈ। C is the brother of E,
C is the brother of E। ਆ ਲਓ ਇੱਥੇ ਬਣਾਤਾ। ਹੁਣ ਜਿਹੜੀ ਇਨਫੋਰਮੇਸ਼ਨ ਮੇਰੀ ਸੈੱਟ ਹੋ ਗਈ ਇਹਨੂੰ ਕਾਟਾ ਮਾਰ ਦੋ, ਇਹਨੂੰ ਇਰੇਜ਼ ਕਰ ਦੋ, ਕਨਫਿਊਜ਼ ਨਾ ਹੋ, ਠੀਕ ਹੈ। ਫਿਰ ਕਹਿੰਦਾ H is the daughter of G, who is the grandfather of F। ਜੇ F ਦਾ ਗ੍ਰੈਂਡਫਾਦਰ ਹੋਇਆ, ਠੀਕ ਹੈ, ਤੇ ਇਹਦਾ ਮਤਲਬ ਕੀ ਹੋਇਆ, ਇੱਥੇ ਆ ਗਿਆ, ਬਿਲਕੁਲ ਸਹੀ ਨਾ, ਬਣਾਤਾ। ਤੇ H क्या हो गई ਇਹਦੀ ਡਾਟਰ, ਤੇ ਇਹ ਕੀ ਸਾਰੇ ਆਪਸ ਚ क्या हो गए, ਸਿਬਲਿੰਗਸ, ਠੀਕ ਹੈ। ਸਮਝ ਆਇਆ ਸਭ ਨੂੰ। ਹੁਣ ਇਹ ਕਹਿੰਦਾ B is the son of E, B is the son of E। ਬਸ ਫਿਰ ਇਹਨੇ ਕੁਐਸਚਨ ਪੁੱਛਿਆ ਕਿ how is G related to B, ਆਪਣਾ ਆਨਸਰ ਆ ਗਿਆ। ਕੀ ਆ ਗਿਆ ਆਪਣਾ ਆਨਸਰ, ਮੈਟਰਨਲ ਗ੍ਰੈਂਡਫਾਦਰ। ਵਧੀਆ ਲੱਗਿਆ ਕੁਐਸਚਨ। ਇਹ ਜਿਹੇ ਹੋਰ ਕੁਐਸਚਨ ਹੁਣ ਆਪਾਂ ਪੂਰੇ 7 ਦਿਨ ਕਰਨੇ ਆ, ਇਹ ਜਿਹੇ ਕੁਐਸਚਨ, ਟੈਨਸ਼ਨ ਨਾ ਲਓ, ਠੀਕ ਹੈ। ਚਲੋ ਅਗਲਾ ਕਰੀਏ। ਮੈਨੂੰ ਲੱਗਦਾ ਲਾਸਟ ਕੁਐਸਚਨ ਹੋਣਾ ਇਹ ਆਪਣਾ, ਆ ਕੈਲੰਡਰ ਬੇਸਡ ਕੁਐਸਚਨ ਆ ਜਾਓ, ਕਿਉਂਕਿ ਕੈਲੰਡਰ ਵੀ ਮੈਂ ਕਰਾਤਾ ਪੂਰਾ YouTube ਤੇ। ਇੱਥੇ ਕੀ ਕਹਿੰਦਾ ਹੈ ਕਿ ਇਟ ਵਾਸ ਵੈਡਨਸਡੇ ਔਨ 25th Feb 1998 ਦੈਨ ਵਟ ਵਿਲ ਬੀ ਔਨ 5th March 2002। ਇਸ 'ਚ ਨਾ ਮੈਂ ਤੁਹਾਨੂੰ ਇੱਕ ਕੋਡਿੰਗ ਸਿਖਾਈ ਸੀ, ਜਿਹਨਾਂ ਨੂੰ ਉਹ ਕੋਡਿੰਗ ਆਉਂਦੀ ਹੈ ਉਹ ਤਾਂ ਕੁਐਸਚਨ ਬਹੁਤ ਛੇਤੀ ਸੋਲਵ ਕਰ ਲੈਂਦੇ ਨੇ। ਕਿਵੇਂ ਹੁੰਦਾ ਕਿ 25 ਨੂੰ 7 ਨਾਲ ਡਿਵਾਈਡ ਕਰਕੇ ਆਪਾਂ ਲਿਖਦੇ ਹਾਂ ਰਿਮਾਈਂਡਰ, ਫੈਬ ਦਾ ਕੋਡ ਲਿਖਦੇ ਆ, ਠੀਕ ਹੈ। ਉਹ ਤੋਂ ਬਾਅਦ 98 ਦਾ ਜਿਹੜਾ ਕੁਐਸਚਨ ਰਿਮਾਈਂਡਰ ਆਊਗਾ 0, ਫਿਰ 4 ਤੋਂ ਡਿਵਾਈਡ ਕਰਨ ਆਪਾਂ ਕੁਐਸਚਨ ਲਿਖਦੇ ਹਾਂ। मैंने ਛੇਤੀ ਇਸ ਕਰਕੇ ਕਰ ਪਾ ਰਿਹਾ ਕਿਉਂਕਿ ਮੈਂ ਪੂਰਾ ਕੈਲੰਡਰ ਸੋਲਵ ਕਰਵਾਇਆ, ਤੇ ਜਿਨ੍ਹਾਂ ਨੇ ਮੇਰੇ ਤੋਂ ਕੈਲੰਡਰ ਸਿੱਖਿਆ ਉਹ ਵੀ ਬਹੁਤ ਛੇਤੀ ਕਰ ਪਾ ਰਹੇ ਹੋਣੇ ਇਸ ਕੁਐਸਚਨ, ਠੀਕ ਹੈ। ਇੱਥੇ ਹੋਊਗਾ 24, ਫਿਰ ਆਪਾਂ ਲਿਖਦੇ ਹਾਂ ਸੈਂਚੁਰੀ ਕੋਡ, ਤੇ ਪੂਰੇ ਨੂੰ ਡਿਵਾਈਡ ਕਰਦੇ ਹਾਂ 7 ਨਾਲ। ਕਿੰਨਾ ਆਊਗਾ ਇਹ 32, 32 ਡਿਵਾਈਡ ਬਾਈ 7 ਆਪਣੇ ਕੋਲ ਆ ਗਿਆ 4, ਤੇ 4 ਹੁੰਦਾ ਵੈਡਨਸਡੇ ਦਾ ਕੋਡ। ਇਹਦਾ ਮਤਲਬ ਇਹ ਦਿੱਤੀ ਹੋਈ ਇਨਫੋਰਮੇਸ਼ਨ ਬਿਲਕੁਲ ਠੀਕ ਹੈ। ਹੁਣ ਆਪਾਂ ਚੈੱਕ ਕਰਨਾ 5th ਮਾਰਚ ਦਾ। ਮੰਨ ਲਓ ਇੱਥੇ ਟਿਊਜ਼ਡੇ ਆ ਜਾਂਦਾ, ਇਹਦਾ ਮਤਲਬ ਕੀ ਕਰਿਆ ਉਹਨੇ, ਜਾਣ ਬੁੱਝ ਕੇ ਇੱਕ ਦਿਨ ਵਧਾ ਕੇ ਕਰਿਆ। ਤੇ ਜਿਹੜਾ ਵੀ ਆਪਣਾ 5th ਮਾਰਚ ਦਾ ਡੇ ਆਉਂਦਾ ਆਪਾਂ ਵੀ ਉਹਨੂੰ ਇੱਕ ਦਿਨ ਵਧਾ ਕੇ ਹੀ ਕਰਦੇ, ਠੀਕ ਹੈ। ਹੁਣ 5th ਮਾਰਚ ਚੈੱਕ ਕਰਦੇ ਹਾਂ, ਇਹ ਹੋ ਗਿਆ 5, ਇਹ ਹੋ ਗਿਆ 4, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ 2, ਫਿਰ ਆ ਗਿਆ ਆਪਣੇ ਕੋਲ 0, ਤੇ ਸੈਂਚੁਰੀ ਕੋਡ ਆ ਗਿਆ ਆਪਣੇ ਕੋਲ 6। ਐਡ ਕਰੋ ਸਾਰਿਆਂ ਨੂੰ, ਆਪਣੇ ਕੋਲ ਕੀ ਆ ਗਿਆ 17 ਡਿਵਾਈਡ ਬਾਈ 7, ਰਿਮਾਈਂਡਰ ਆ ਗਿਆ 3, 3 ਕਿਹਦਾ ਕੋਡ ਹੁੰਦਾ, ਟਿਊਜ਼ਡੇ ਦਾ। ਆਪਣਾ ਆਨਸਰ ਕੀ ਆ ਗਿਆ, ਟਿਊਜ਼ਡੇ। ਜੇ ਤੁਸੀਂ ਵੀ ਇਹਨੀ ਛੇਤੀ ਛੇਤੀ ਕੈਲੰਡਰ ਸੋਲਵ ਕਰਨਾ ਤੇ ਜਾ ਕੇ YouTube ਤੇ ਚੈੱਕ ਕਰੋ ਕੈਲੰਡਰ ਬਾਈ ਸ਼ਿਵਮ ਸਰ, ਪੂਰਾ ਕੈਲੰਡਰ ਇਦਾਂ ਹੋ ਜਾਊਗਾ, ਇਦਾਂ ਚੁਟਕੀਆਂ 'ਚ, ਠੀਕ ਹੈ। ਚਲੋ ਅੱਜ ਦੇ ਸੈਸ਼ਨ 'ਚ ਆਪਾਂ ਬਹੁਤ ਸਾਰੇ ਕੁਐਸਚਨ ਕਰ ਲਏ, ਕੋਡਿੰਗ ਡੀਕੋਡਿੰਗ ਦੇ ਕੁਐਸਚਨ ਕਰ ਲਏ, ਕੈਲੰਡਰ ਕਵਰ ਕਰ ਲਿਆ, ਬਲੱਡ ਰਿਲੇਸ਼ਨ ਕਵਰ ਕਰ ਲਿਆ, ਮੈਜੋਰਟੀ ਟਾਈਪ ਕਵਰ ਕੀਤੀ ਹੈ। ਹੁਣ ਥੋੜੇ ਦਿਨ ਇਹੋ ਜਿਹੇ ਆਪਾਂ ਸਾਰੇ ਕੁਐਸਚਨਸ ਕਵਰ ਕਰਾਂਗੇ ਤਾਂ ਕਿ ਤੁਹਾਡੀ ਪ੍ਰੈਕਟਿਸ ਬਣੀ ਰਹੇ, ਠੀਕ ਹੈ। ਤੇ ਪੇਪਰ ਤੋਂ ਪਹਿਲਾਂ ਪੈਨਿਕ ਨਹੀਂ ਕਰਨਾ, ਕੁਝ ਵੀ ਹੋ ਜੇ ਪੈਨਿਕ ਨਹੀਂ ਕਰਨਾ। ਤੁਸੀਂ ਆਲਰੇਡੀ ਪੜ੍ਹਿਆ ਹੋਇਆ, ਯੂ ਹੈਵ ਸਟੱਡੀਡ ਵੈਲ, ਠੀਕ ਹੈ। ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਹੈ ਉਹਨਾਂ ਨੂੰ ਕੋਈ ਲੋੜ ਨਹੀਂ ਪੈਨਿਕ ਦੀ, ਤੁਸੀਂ ਸਿਰਫ ਤੇ ਸਿਰਫ ਰਿਵੀਜ਼ਨ ਤੇ ਫੋਕਸ ਕਰਨਾ। ਆਪਣੇ ਨੋਟਸ ਨੂੰ ਰੀਵਿਜ਼ਿਟ ਕਰੋ, ਠੀਕ ਹੈ, ਤੇ ਟਰਾਈ ਕਰੋ MCQ ਪ੍ਰੈਕਟਿਸ। ਜਿੱਥੇ ਵੀ MCQ 'ਚ ਮਾਰਕਸ ਘੱਟ ਰਹੇ ਉਸੇ ਟੌਪਿਕ ਨੂੰ ਕਾਪੀ ਜਾ ਕੇ ਰਿਵਾਈਜ਼ ਕਰੋ, ਤੇ ਜਿਹੜੇ ਮੈਂ ਟੈਸਟ ਲਾ ਰਹੇ ਇਹ ਟੈਸਟ ਮੇਰੇ ਨਾਲ ਸੋਲਵ ਕਰੋ। ਜਿੱਥੇ ਕਨਸੈਪਟ ਵੀਕ ਲੱਗ ਰਿਹਾ ਆਪਣੇ ਨੋਟਸ ਜਾ ਕੇ ਰਿਵਾਈਜ਼ ਕਰੋ। ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤੁਸੀਂ ਸਾਨੂੰ ਕੰਟੈਕਟ ਕਰ ਲਓ, ਠੀਕ ਹੈ। ਠੀਕ ਹੈ, ਚਲੋ ਮਿਲਦੇ ਹਾਂ ਦੁਬਾਰਾ ਨੈਕਸਟ ਕਲਾਸ 'ਚ ਮਿਲਾਂਗੇ ਹੁਣ। ਓਕੇ, ਟੇਕ ਕੇਅਰ, ਬਾਏ ਬਾਏ।